ਜੀ ਅਨੂ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਸਿੱਧੂ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਭੈਣ ਕੀਮਤ ਢਿੱਲੋਂ। ਸਤਿ ਸ੍ਰੀ ਅਕਾਲ ਜੀ। ਭੈਣੇ, ਅੱਜ ਆਪਾਂ ਕਿਸ ਚੀਜ਼ ਬਾਰੇ ਗੱਲਬਾਤ ਕਰਾਂਗੇ? ਵੇਖੋ ਅਰਸ਼, ਅੱਜ ਗੱਲ ਕਰਾਂਗੇ ਆਪਾਂ ਔਰਤ ਤੇ, ਹਨਾ ਵੀ ਕਿਉਂ ਔਰਤ ਤੇ ਆਪਾਂ ਗੱਲ ਕਰਾਂਗੇ। ਖੁਦ ਮੈਂ ਆਪ ਵੀ ਔਰਤ ਹਾਂ ਤੇ ਜਿਵੇਂ ਆਪਾਂ ਕਹੀਏ ਸੋਚੀਏ ਵੀ ਜਿਹੜੀਆਂ ਆਪਣੀਆਂ ਉਂਗਲਾਂ ਵੀ ਹੱਥ ਦੀਆਂ ਪੰਜ ਹੁੰਦੀਆਂ ਤੇ ਇਹ ਵੀ ਨਹੀਂ ਇੱਕੋ ਜਿਹੀਆਂ ਹੁੰਦੀਆਂ, ਹਨਾ ਵੀ ਐਂ ਤਾਂ ਹੈ ਨਹੀਂ ਵੀ ਜਿਹੜੀਆਂ ਸਾਰੀਆਂ ਔਰਤਾਂ ਵੀ ਸਾਰੀਆਂ ਦਾ ਸੁਭਾਅ ਵੀ ਇੱਕੋ ਜਿਹਾ, ਸਹਿਜ ਵੀ ਇੱਕੋ ਜਿਹਾ, ਹਨਾ ਤੇ ਜਿਹੜੀ ਔਰਤ ਦੀ ਜ਼ਿੰਦਗੀ ਹੁੰਦੀ ਹੈ ਬਹੁਤ ਗੁੰਝਲਦਾਰ ਹੁੰਦੀ ਹੈ। ਜੀ, ਜਿਵੇਂ ਭੈਣੇ ਔਰਤ ਨੂੰ ਆਪਾਂ ਕਹਿ ਦਿੰਦੇ ਹਾਂ ਨਾ, ਸਮਝਣਾ ਬਹੁਤ ਮੁਸ਼ਕਿਲ ਆ, ਹਨਾ, ਪਰ ਮੈਨੂੰ ਲੱਗਦਾ ਵੀ ਔਰਤ ਨੂੰ ਸਮਝਣਾ ਮੁਸ਼ਕਿਲ ਨਹੀਂ ਹੈਗਾ, ਹਨਾ। ਸਾਹਮਣੇ ਵਾਲੇ ਬੰਦੇ 'ਚ ਉਨੀ ਕੁ ਕਾਬਲੀਅਤ ਹੋਣੀ ਚਾਹੀਦੀ ਹੈ ਵੀ ਉਹ ਇੱਕ ਔਰਤ ਦੇ ਇੱਕ ਆਪਾਂ ਕਹਿ ਦਈਏ ਨਾ ਵੀ ਉਹਨੂੰ ਸਮਝ ਸਕੇ, ਹਨਾ, ਵੀ ਉਹਦੇ ਅੰਦਰ ਕੀ ਚੱਲੀ ਜਾਂਦਾ ਜਾਂ ਉਹ ਕੀ ਕਹਿਣਾ ਚਾਹ ਰਹੀ ਆ, ਉਹਦੇ ਦਿਲ ਦੀਆਂ ਗੱਲਾਂ ਪੁੱਛਦਾ ਹੋਵੇ। ਹਾਂ, ਤਾਂ ਇਹ ਤੁਸੀਂ ਦੇਖੋ ਇੱਕ ਔਰਤ ਨੇ, ਹਨਾ, ਆਪਾਂ ਕਹਿ ਦਈਏ ਵੀ ਪੂਰੀ ਸ੍ਰਿਸ਼ਟੀ ਸਾਜੀ ਆ। ਇੱਕ ਮਰਦ ਦੀ ਜ਼ਿੰਦਗੀ ਦੇ ਵਿੱਚ ਨਾ ਜੇ ਆਪਾਂ ਦੋ ਰੋਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਕੀਮਤੀ ਹੁੰਦੇ ਆ ਇੱਕ ਮਾਂ ਤੇ ਇੱਕ ਉਹਦੀ ਘਰ ਵਾਲੀ, ਹਨਾ। ਤਾਂ ਉਹਦੇ ਵਿੱਚ ਉਹਨੂੰ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਉਹਦਾ ਸਤਿਕਾਰ ਕਰਨਾ ਚਾਹੀਦਾ, ਉਹਨੂੰ ਕੀ ਹੈ ਬਰਾਬਰ ਦੀ ਚੀਜ਼, ਬਰਾਬਰ ਦਾ ਹੱਕ ਦੇਣਾ ਚਾਹੀਦਾ, ਹਨਾ। ਕਿਉਂਕਿ ਆਪਾਂ ਆਮ ਹੀ ਦੇਖਦੇ ਜਿਹੜੇ ਘਰ ਦੇ ਵਿੱਚ ਧੀ ਪੈਦਾ ਹੋਦੀ ਹੈ ਨਾ, ਮੈਨੂੰ ਲੱਗਦਾ ਉਹਦੇ ਪੈਦਾ ਹੋਣ ਤੋਂ ਲੈ ਕੇ ਇੱਕ ਵਿਤਕਰਾ ਸ਼ੁਰੂ ਹੋ ਜਾਂਦਾ, ਹਨਾ। ਇੱਕ ਜਦੋਂ ਤੁਸੀਂ ਦੇਖੋ ਇੱਕ ਬੱਚੀ ਜਨਮ ਲੈਂਦੀ ਘਰੇ, ਪਹਿਲਾਂ ਤਾਂ ਉਹਦੀ ਆਪਾਂ ਕਹਿ ਦਿੰਦੇ ਆ ਵੀ ਕੁੜੀ ਹੋ ਗਈ, ਹਨਾ। ਕੁੜੀ ਜੰਮਦੀ ਨੂੰ ਜਿਵੇਂ ਕਹਿ ਦਿੰਦੇ ਓਏ ਪੈ ਜਾਂਦੀ ਹੈ ਜੀ। ਤੇ ਇਹ ਤੋਂ ਬਾਅਦ ਚ ਹੌਲੀ ਹੌਲੀ ਜਿਵੇਂ ਉਹ ਵੱਡੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਉਹਦੀ ਆਪਦੀ ਮਾਂ ਵੀ, ਹਨਾ, ਕਿਸੇ ਨਾ ਕਿਸੇ ਕੰਮ 'ਚ ਆਪਾਂ ਕਹਿ ਦਿੰਦੇ ਆ ਨਾ ਵੀ ਨਹੀਂ ਤੂੰ ਇੱਥੇ ਆਹ ਚੀਜ਼ ਨਹੀਂ ਕਰਨੀ, ਹਨਾ, ਮੁੰਡੇ ਨੂੰ ਕਰਨ ਦੇ, ਜਾਂ ਆਹ ਚੀਜ਼ ਤੂੰ ਇੰਨੀ ਨਹੀਂ ਖਾਣੀ ਮੁੰਡੇ ਨੂੰ ਖਾਣ ਦੇ, ਨਾ ਉੱਥੇ ਵਿਤਕਰਾ ਆਪਦੀ ਮਾਂ ਵੀ ਕਰਨ ਲੱਗ ਜਾਂਦੀ ਨਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ ਨਾ। ਕਿੱਥੇ ਤਾਂ ਉਹੀ ਮਾਂ ਨੇ ਕਹਿਣਾ ਵੀ ਨਹੀਂ ਤੁਸੀਂ ਦੋਨੇ ਬਰਾਬਰ ਦੀ ਚੀਜ਼ ਖਾਓ, ਹਨਾ, ਬਰਾਬਰ ਦਾ ਆਹ ਕੰਮ ਕਰੋ, ਪਰ ਉੱਥੇ ਇੱਕ ਮਾਂ ਵੀ ਉਹਨੂੰ ਟੋਕਣ ਲੱਗ ਜਾਂਦੀ ਹੈ। ਵੇਖੋ ਅਰਚ, ਹੁਣ ਤਾਂ ਹਜੇ ਥੋੜਾ ਜਿਹਾ ਘੱਟ ਹੈ, ਮੈਨੂੰ ਲੱਗਦਾ ਪਹਿਲਾਂ ਵਾਲੇ ਟਾਈਮ 'ਚ ਸੀ, ਉਦੋਂ ਦਾ ਮਾਹੌਲ ਥੋੜਾ ਜਿਹਾ ਫਰਕ 'ਚ ਸੀ, ਹਨਾ। ਉਦੋਂ ਤਾਂ ਕੁੜੀਆਂ ਨੂੰ ਜਿਵੇਂ ਪੜਾਉਣਾ ਹੁੰਦਾ ਸੀ ਤੇ ਪੜਾਉਂਦੇ ਵੀ ਬਹੁਤ ਘੱਟ ਹੁੰਦੇ ਸੀ, ਕਹਿ ਦਿੰਦੇ ਸੀ ਕੁੜੀਆਂ ਨੂੰ ਇੰਨਾ ਪੜਾ ਕੇ ਕੀ ਕਰਨਾ, ਕੁੜੀਆਂ ਨੇ ਤੇ ਬਗਾਨੇ ਘਰੇ ਜਾਣਾ, ਹਨਾ। ਤੇ ਮੁੰਡੇ ਨੂੰ ਅਗਲਾ ਵੱਧ ਪੜਾਉਂਦਾ ਸੀ, ਅਗਲਾ ਕਹਿ ਦਿੰਦਾ ਸੀ ਇਹਨੂੰ ਆਪਦੇ ਘਰ ਦਾ ਹਿਸਾਬ ਕਿਤਾਬ ਦਾ ਪਤਾ ਹੋਵੇ, ਹਨਾ। ਫਿਰ ਖਾਣ ਪੀਣ ਪਿੱਛੇ ਵੀ, ਹਰ ਇੱਕ ਚੀਜ਼ ਪਿੱਛੇ ਵੀ ਉਦੋਂ ਕੁੜੀਆਂ ਨੂੰ ਟੋਕ ਟਕਾਈ ਹੁੰਦੀ ਸੀ ਜ਼ਿਆਦਾ। ਹੁਣ ਥੋੜਾ ਜਿਹਾ ਮਾਹੌਲ ਦਾ ਫਰਕ ਪਿਆ ਵੀ ਹੁਣ ਕੁੜੀਆਂ ਦਾ ਵੀ ਉਹਦਾ ਜਿਹੜਾ ਵੀ ਮੁੰਡਿਆਂ ਦੇ ਬਰੋਬਰ ਹੋ ਗਿਆ। ਜੀ, ਕਿਤੇ ਨਾ ਕਿਤੇ ਭੈਣੇ ਆਪਾਂ ਇਹ ਵੀ ਗੱਲ ਕਹਿ ਦਿੰਦੇ ਆ, ਹਨਾ, ਵੀ ਇੱਕ ਔਰਤ ਹੈ ਜਿਹੜੀ ਤੇ ਉਹਦੇ ਕੋਈ ਕੰਮ ਨਹੀਂ ਹੁੰਦਾ ਨਾ। ਆਪਾਂ ਘਰੇ ਆ ਕੇ ਆਮ ਹੀ ਮਰਦ ਕੋਈ ਨਾ ਕੋਈ ਕਹਿ ਦਿੰਦਾ ਨਾ ਵੀ ਤੂੰ ਘਰੇ ਕੀ ਕਰਨਾ, ਤੂੰ ਘਰੇ ਵਿਹਲੀ ਹੁੰਦੀ ਆ ਨਾ, ਤੇਰਾ ਕੋਈ ਕੰਮ ਨਹੀਂ ਹੈਗਾ ਗਾ। ਆਪਾਂ ਇਹ ਗੱਲਾਂ ਕਹਿ ਦਿੰਦੇ ਆ, ਬਟ ਮੈਨੂੰ ਲੱਗਦਾ ਵੀ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ, ਛੋਟੇ ਛੋਟੇ ਕੰਮ ਹੁੰਦੇ ਆ, ਹਨਾ, ਉਹ ਇੱਕ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਪਾਰਟ ਹੁੰਦੇ ਆ। ਕਿਉਂਕਿ ਨਿੱਕੇ ਨਿੱਕੇ ਕੰਮ ਕਰਨੇ ਕਿੰਨੇ ਔਖੇ ਹੁੰਦੇ ਆ ਨਾ। ਉਹ ਨਿੱਕੇ ਨਿੱਕੇ ਕੰਮ ਅਰਚ ਆਪਾਂ ਸਾਰਾ ਦਿਨ ਕਰੀ ਜਾਂਦੀ ਰਹਿੰਦੀ ਔਰਤ, ਨਾਲੇ ਉਹਦੇ ਨਿੱਕੇ ਨਿੱਕੇ ਕੰਮ ਕਰੇ ਕਿਸੇ ਨੂੰ ਦਿਸਦੇ ਨਹੀਂ, ਹਨਾ। ਉਹ ਪਤਾ ਨਹੀਂ ਲੱਗਦਾ ਵੀ ਇਹਨੇ ਕੀ ਕੰਮ ਕੀਤਾ ਕੀ ਨਹੀਂ, ਹਨਾ ਜੀ। ਉਹ ਗਿਣਤੀ 'ਚ ਨਹੀਂ ਨਾ ਗਿਣਤੀ 'ਚ ਨਹੀਂ ਹੁੰਦੇ। ਜੇ ਵੱਡਾ ਕੰਮ ਕਰ ਲਿਆ ਆਪਾਂ ਇੱਕ ਹੀ ਕਰ ਦਈਏ ਦਿਨ ਵਿੱਚ ਦੀ, ਉਹ ਸਭ ਨੂੰ ਦਿਸ ਜਾਂਦਾ ਵੀ ਇੰਨੇ ਟਾਈਮ 'ਚ ਇਹਨੇ ਆਹ ਕੰਮ ਕੀਤਾ ਸੀ। ਤਾਂ ਭੈਣੇ ਪਤਾ ਤਾਂ ਉਦੋਂ ਲੱਗਦਾ ਨਾ ਵੀ ਕਈ ਇਹੋ ਜਿਹੀਆਂ ਲੇਡੀਜ਼ ਵੀ ਹੈਗੀਆਂ ਜਿਨ੍ਹਾਂ ਨੇ ਇਹ ਸ਼ਰਤ ਲਾ ਕੇ, ਹਨਾ, ਉਹਨਾਂ ਨੂੰ ਦਿਖਾਇਆ ਵਿਆ ਵੀ ਹਾਂ ਅਸੀਂ ਅੱਜ ਤੁਹਾਡਾ ਕੰਮ ਕਰਾਂਗੇ, ਤੁਸੀਂ ਸਾਡਾ ਕੰਮ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਔਰਤ ਕੀ ਕੰਮ ਕਰ ਸਕਦੀ ਹੈ, ਹਨਾ। ਤੇ ਫਿਰ ਉਹ ਜਦੋਂ ਸ਼ਰਤਾਂ ਲਾ ਕੇ ਇਹ ਕੰਮ ਕਰਦੇ, ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਵੀ ਨਾ ਤਾਂ ਔਰਤ ਮਰਦ ਵਾਲਾ ਕੰਮ ਉਹਨਾਂ ਕਰ ਸਕੇ, ਨਾ ਮਰਦ ਔਰਤ ਵਾਲਾ, ਕਿਉਂਕਿ ਜਿਹੜਾ ਮਰਦ ਦਾ ਕੰਮ ਹੁੰਦਾ ਉਹ ਮਰਦ ਹੀ ਸਹੀ ਤਰ੍ਹਾਂ ਸਾਂਭ ਸਕਦੇ ਹੁੰਦੇ ਆ, ਉਹਨਾਂ ਨੂੰ ਹੀ ਪਤਾ ਹੁੰਦਾ ਜੀ। ਤੇ ਚਾਹੇ ਆਪਾਂ ਕਿੰਨੇ ਹੀ ਇੱਕ ਮਰਦ ਦੇ ਬਰਾਬਰ ਖੜ ਜਾਈਏ, ਹਨਾ, ਉਹਨਾਂ ਦੇ ਬਰਾਬਰ ਹੁਣ ਤਾਂ ਕੁੜੀਆਂ ਚੱਲਣ ਲੱਗ ਗਈਆਂ, ਉਹਨਾਂ ਦੇ ਬਰਾਬਰ ਹਰ ਕੰਮ ਕਰਨ ਲੱਗ ਗਈਆਂ, ਮੋਢੇ ਨਾਲ ਮੋਢਾ ਜੋੜਨ ਲੱਗ ਗਈਆਂ, ਪਰ ਕਿਤੇ ਨਾ ਕਿਤੇ ਫਿਰ ਵੀ ਮੈਨੂੰ ਲੱਗਦਾ ਵੀ ਆਪਾਂ ਉਹਨੇ ਨਹੀਂ ਉਹਨਾਂ ਵਿੱਚ, ਜਿਵੇਂ ਇੱਕ ਮਰਦ ਦੇ ਵਿੱਚ ਆਪਾਂ ਕਹਿੰਦੇ ਮਰਦਾਨਗੀ ਆ, ਹਨਾ, ਤਾਂ ਉਹ ਚੀਜ਼ ਹਜੇ ਵੀ ਔਰਤਾਂ ਦੇ ਵਿੱਚ ਜਿਹੜੀ ਬਹੁਤ ਘੱਟ ਦਿਸਦੀ ਆ। ਜਾਂ ਕਈ ਵਾਰੀ ਆਪਾਂ ਕਹਿੰਦੇ ਵੀ ਅਸੀਂ ਤਾਂ ਇੰਡੀਪੈਂਡੈਂਟ ਹੋਣਾ ਚਾਹੁੰਦੇ ਆ, ਪਰ ਮੈਨੂੰ ਲੱਗਦਾ ਵੀ ਇੰਡੀਪੈਂਡੈਂਟ ਹੋਣ ਦਾ ਮਤਲਬ ਹੀ ਨਹੀਂ ਕਿਸੇ ਨੂੰ ਪਤਾ ਹੈਗਾ ਨਾ। ਬਿਲਕੁਲ ਅਰਚ, ਜਿਵੇਂ ਔਰਤ ਵੇਖੋ, ਹਨਾ, ਜਦੋਂ ਔਰਤ ਕੋਲ ਇੱਕ ਬੱਚਾ ਪੈਦਾ ਹੁੰਦਾ ਤੇ ਔਰਤ 'ਚ ਵੇਖੋ ਕਿੰਨੇ ਘਾਟ ਪੈਦਾ ਹੁੰਦੀ ਹੈ, ਹਨਾ, ਵੀ ਕਿੰਨੀਆਂ ਘਾਟਾਂ ਹੁੰਦੀਆਂ। ਤੇ ਫਿਰ ਵੇਖੋ ਜਿਵੇਂ ਜੇ ਇੱਕ ਔਰਤ ਕਵੇ ਵੀ ਮੈਂ ਰਾਤ ਨੂੰ ਪੂਰਾ ਹੀ ਆਪਦੀ ਅੱਗੇ ਨੂੰ ਨੀਂਦ ਪੂਰੀ ਲੈਣੀ ਹੈ, ਮੈਂ ਰਾਤ ਨੂੰ ਸੌਣਾ, ਮੈਨੂੰ ਲੱਗਦਾ ਫਿਰ ਉਹ ਬੱਚੇ ਨੂੰ ਨਹੀਂ ਪਾਲ ਸਕਦੀ, ਹਨਾ। ਉਹ ਬੱਚੇ ਨੂੰ ਪਾਲਣ ਲਈ ਆਪਦੀ ਰਾਤ ਦੀ ਨੀਂਦ ਹੈ ਜਿਹੜੀ ਉਹ ਵੀ ਖਰਾਬ ਕਰਦੀ ਹੈ, ਹਨਾ। ਵੀ ਐ ਨਹੀਂ ਪਤਾ ਵੀ ਰਾਤ ਨੂੰ ਕਦੋਂ ਉਹਨੂੰ ਉੱਠਣਾ ਪੈ ਜੇ ਕਦੋਂ ਨਹੀਂ, ਹਨਾ, ਵੀ ਰਾਤ ਨੂੰ ਕਿੰਨੇ ਵਾਰ ਉੱਠਦੀ, ਆਪਦੀ ਨੀਂਦ ਨਹੀਂ ਪੂਰੀ ਕਰਦੀ। ਨਾ ਫਿਰ ਔਰਤ ਨੂੰ ਉਹਦੇ ਆਪਦੇ ਖਾਣ ਪੀਣ ਦਾ ਹੁੰਦਾ, ਉਹਦੇ ਉਸੇ ਬਾਰੇ ਪਤਾ ਲੱਗਦਾ, ਹਨਾ, ਨਾ ਆਪਦਾ ਪਹਿਨਣ ਬਾਰੇ। ਉਹ ਫਿਰ
ਸਿਰਫ ਇੱਕ ਬੱਚੇ ਨੂੰ ਪਾਲਣ 'ਚ ਹੀ ਰਹਿ ਜਾਂਦੀ ਹੈ ਹਨਾ। ਤੇ ਮੈਨੂੰ ਲੱਗਦਾ ਇਹ ਔਰਤ ਹੈ ਜਿਹੜੀ ਆਪਦੀ ਇੰਨੀ ਨੀਂਦ ਵੀ ਟਾਲ ਲੈਂਦੀ ਹੈ ਬੱਚੇ ਨੂੰ ਪਾਲਣ ਲਈ, ਤੇ ਜੇ ਪਿਓ ਹੁੰਦਾ ਮੈਨੂੰ ਲੱਗਦਾ ਪਿਓ ਨਹੀਂ ਕੋਲੇ ਪਿਆ ਵੀ ਨੀਂਦ ਟਾਲਦਾ ਹਨਾ। ਉਹ ਤਾਂ ਸਗੋਂ ਜੇ ਬੱਚਾ ਰੋ ਰਿਹਾ ਤਾਂ ਮਾਂ ਪਿਓ ਤੇ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਬੱਚੇ ਨੂੰ ਚੱਕ ਕੇ ਪਰਾਂ ਲੈ ਜਾਓ, ਮੇਰੀ ਨੀਂਦ ਕਿਉਂ ਖਰਾਬ ਕਰੀ ਹੈ ਹਨਾ। ਵੀ ਔਰਤ ਵੀ ਇੱਕ ਮਾਂ ਹੈ, ਉਹਦੇ 'ਚ ਵੀ ਜਾਨ ਹੈ, ਉਹਨੇ ਵੀ ਸੌਣਾ ਹਨਾ। ਵੇਖੋ ਉਹ ਆਪਦੇ ਬੱਚੇ ਖਾਤਰ ਕਿੰਨੀ ਨੀਂਦ ਖਰਾਬ ਕਰਦੀ ਹੈ ਨਾ। ਤੇ ਪਿਤਾ ਤਾਂ 10 ਮਿੰਟ ਨਹੀਂ ਖਰਾਬ ਹੁੰਦੀ ਨੀਂਦ, ਉਹਦੀ ਕਹਿ ਦਿੰਦੇ ਤੁਸੀਂ ਬੱਚੇ ਨੂੰ ਪਰੇ ਲੈ ਜਾਓ ਤੇ ਮੇਰੀ ਨੀਂਦ ਖਰਾਬ ਹੁੰਦੀ। ਇਹੀ ਤਾਂ ਭੈਣੇ ਜਿਹੜੇ ਆਪਾਂ ਕਹਿ ਦਈਏ ਨਾ ਵੀ ਆਮ ਹੀ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਦੇ ਆ ਨਾ, ਇੱਕ ਔਰਤ ਇੱਕ ਇਸਤਰੀ ਜਿਹਨੂੰ ਆਪਾਂ ਦੇਖੋ ਤੁਸੀਂ ਉਹ ਨਾ ਬਰਾਬਰ ਕੰਮ ਕਰ ਲੂਗੀ ਹਨਾ, ਬਰਾਬਰ ਹਰ ਇੱਕ ਚੀਜ਼ ਕਰ ਲੂਗੀ। ਇੱਕ ਆਪਾਂ ਨਾ ਜਦੋਂ ਟੋਕ ਟਕਾਈ ਸ਼ੁਰੂ ਕਰਦੀ ਹੈ ਹਨਾ, ਉੱਥੇ ਮੈਨੂੰ ਲੱਗਦਾ ਵੀ ਆਪਾਂ ਨੂੰ ਵੀ ਐਂ ਲੱਗਦਾ ਵੀ ਹਨਾ ਮੇਰੀ ਗੱਲ 'ਚ ਹੀ ਕਿਉਂ ਟੋਕਿਆ ਜਾਂਦਾ ਹਨਾ। ਕਿਉਂਕਿ ਆਪਣੇ ਆਮ ਹੀ ਘਰਾਂ ਦੇ ਵਿੱਚ ਆਪਾਂ ਦੇਖੀਏ ਨਾ, ਜਿਹੜਾ ਇੱਕ ਮੁੰਡਾ ਹਨਾ ਉਹਨੂੰ ਆਪਾਂ ਕੁਛ ਨਹੀਂ ਕਹਿੰਦੇ, ਚਾਹੇ ਉਹਨੂੰ ਆਪਾਂ ਕੰਮ ਕਿਹਾ ਉਹਨੇ ਨਹੀਂ ਕੀਤਾ ਨਾ, ਆਪਾਂ ਉਹਨੂੰ ਇਹ ਵੀ ਨਹੀਂ ਪੁੱਛਾਂਗੇ ਵੀ ਤੂੰ ਕਿਉਂ ਨਹੀਂ ਕੀਤਾ ਹਨਾ। ਤੇ ਜੇ ਇੱਕ ਔਰਤ ਨਹੀਂ ਕਰੂਗੀ, ਇੱਕ ਕੁੜੀ ਨਹੀਂ ਕਰੂਗੀ, ਉੱਥੇ ਆਪਾਂ ਨੂੰ ਕਵਾਂਗੇ ਵੀ ਤੂੰ ਆਹ ਕੰਮ ਕਿਉਂ ਨਹੀਂ ਕੀਤਾ। ਇੱਕ ਆਪਣੇ ਸ਼ਬਦ ਆਮ ਵਰਤੇ ਜਾਂਦਾ ਵੀ ਕੁੜੀਏ ਤੂੰ ਆਏ ਕਿਉਂ ਨਹੀਂ ਕੀਤਾ ਹਨਾ। ਆਪਾਂ ਕਹਿ ਦਿੰਦੇ ਆ ਵੀ ਕੁੜੀਆਂ ਨੂੰ ਕੁੜੀ ਕਹਾਉਣਾ ਕਿਉਂ ਨਹੀਂ ਪਸੰਦ ਹੈਗਾ। ਦੇਖੋ ਇੱਕ ਮੈਨੂੰ ਲੱਗਦਾ ਵੀ ਨਾ ਜੇ ਕੋਈ ਮੈਨੂੰ ਵੀ ਐਂ ਆ ਕੇ ਕਹੂਗਾ ਤੇ ਮੈਨੂੰ ਵੀ ਥੋੜਾ ਜਿਹਾ ਬੁਰਾ ਲੱਗੂਗਾ ਹਨਾ। ਕਿਉਂਕਿ ਆਪਾਂ ਕਹਿ ਦਈਏ ਵੀ ਆਪਣਾ ਇੱਕ ਨਾਮ ਆ ਜਿਹੜਾ ਆਪਾਂ ਰੱਖਦੇ ਆ ਹਨਾ। ਜੇ ਹੁਣ ਮੈਨੂੰ ਕੋਈ ਆ ਕੇ ਐਂ ਕਹੂ ਵੀ ਅਰਸ਼ ਤੂੰ ਆਹ ਕੰਮ ਨਹੀਂ ਕੀਤਾ ਹਨਾ, ਤਾਂ ਮੈਨੂੰ ਉੱਥੇ ਬੁਰਾ ਵੀ ਨਹੀਂ ਲੱਗੂਗਾ, ਤਾਂ ਮੈਂ ਉਹ ਚੀਜ਼ ਦਾ ਆਨਸਰ ਕਰੂੰਗੀ ਵੀ ਮੈਂ ਐਂ ਕਰਕੇ ਨਹੀਂ ਕੀਤਾ ਹੈਗਾ। ਪਰ ਜੇ ਮੈਨੂੰ ਕੋਈ ਆ ਕੇ ਐਂ ਕਹੂ ਕੁੜੀਏ ਤੂੰ ਆਏ ਨਹੀਂ ਕੀਤਾ, ਉਹ ਮੈਨੂੰ ਉੱਥੇ ਬੁਰਾ ਲੱਗੂਗਾ ਵੀ ਇਹਨਾਂ ਨੇ ਮੈਨੂੰ ਰੋਬ 'ਚ ਕਿਹਾ ਜਾਂ ਇਹਨਾਂ ਨੇ ਮੇਰੇ ਤੇ ਦਬਾਅ ਬਣਾ ਕੇ ਕਿਹਾ ਹਨਾ। ਉਹ ਜਿਹੜੇ ਕੁੜੀ ਆ ਸ਼ਬਦ ਅਰਥ ਜਦੋਂ ਅਗਲਾ ਬੋਲਦਾ ਉਹ ਦਿਲ ਜੇ 'ਚ ਗੱਲ ਵੱਜਦੀ ਹੈ ਜੀ। ਤਾਂ ਇਹੀ ਚੀਜ਼ਾਂ ਦਾ ਡਿਫਰੈਂਸ ਹੈਗਾ ਮੈਨੂੰ ਲੱਗਦਾ ਵੀ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਨੂੰ ਕੁੜੀਆਂ ਨੂੰ ਕੁੜੀ ਕਹਾਉਣਾ ਕਿਉਂ ਨਹੀਂ ਪਸੰਦ ਹੈਗਾ ਹਨਾ। ਇੱਕ ਮੈਂ ਹੋਰ ਚੀਜ਼ ਵੇਖੀ ਆ, ਜਦੋਂ ਆਪਾਂ ਨਾ ਘਰੇ ਆਮ ਹੀ ਆਪਾਂ ਕੰਮ ਕਰਦੇ ਆ ਹਨਾ, ਤਾਂ ਆਪਣੀ ਹਰ ਇੱਕ ਚੀਜ਼ 'ਚ ਟੋਕਾ ਟਕਾਈ ਹੁੰਦੀ ਆ। ਉੱਥੇ ਇੱਕ ਲੇਡੀ ਹੈ ਜਿਹੜੀ ਉਹਨੂੰ ਹਮੇਸ਼ਾ ਇਹ ਹੁੰਦਾ ਵੀ ਕਿਤੇ ਨਾ ਕਿਤੇ ਉਹ ਇੰਤਜ਼ਾਰ ਕਰਦੀ ਆ, ਹਰ ਇੱਕ ਚੀਜ਼ ਦਾ ਇੰਤਜ਼ਾਰ ਕਰਦੀ ਆ ਵੀ ਇੱਕ ਮੋਮੈਂਟ ਇਦਾਂ ਦਾ ਆਊਗਾ ਜਿੱਥੇ ਮੇਰੀ ਵੀ ਪ੍ਰੇਜ਼ ਹੋਊਗੀ, ਜਿੱਥੇ ਇੱਕ ਇਸਤਰੀ ਨੂੰ ਵੀ ਐਂ ਹੁੰਦਾ ਨਾ ਵੀ ਮੇਰੀ ਕਿਤੇ ਨਾ ਕਿਤੇ ਪ੍ਰੇਜ਼ ਹੋਵੇ ਹਨਾ। ਕਿਉਂਕਿ ਆਪਾਂ ਹਮੇਸ਼ਾ ਦੇਖੋ ਘਰੇ ਖਾਣਾ ਬਣਾਉਣੇ ਆ, ਆਪਾਂ ਨੂੰ ਹੁੰਦਾ ਵੀ ਆਪਾਂ ਖਾਣਾ ਅੱਜ ਬਹੁਤ ਰੀਝ ਨਾਲ ਬਣਾਇਆ ਤੇ ਕੋਈ ਆ ਕੇ ਆਏ ਆਖੇ ਵੀ ਹਾਂ ਅੱਜ ਬੜਾ ਸਵਾਦ ਖਾਣਾ ਬਣਿਆ ਹਨਾ, ਫਿਰ ਇਹਨੇ ਨਾ ਹੌਸਲਾ ਹੋ ਜਾਂਦਾ ਜੀ। ਤਾਂ ਵੀ ਆਪਾਂ ਨੂੰ ਐਂ ਲੱਗਦਾ ਵੀ ਹਾਂ ਵਾਕਈ ਕਿਸੇ ਨੇ ਪ੍ਰੇਜ਼ ਕੀਤੀ, ਤਾਂ ਅਗਲੇ ਦਿਨ ਆਪਾਂ ਇਦੋਂ ਵੀ ਸਵਾਦ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ, ਇਦੋਂ ਵੀ ਵਧੀਆ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਨਾ। ਜਾਂ ਕੋਈ ਵੀ ਆਪਾਂ ਘਰੇ ਇਹੋ ਜਿਹਾ ਕੰਮ ਕਰਦੇ ਨਵੀਂ ਚੀਜ਼ ਕਰਦੇ ਆ ਤਾਂ ਆਪਾਂ ਦੱਸਦੇ ਆ ਹਨਾ, ਤੇ ਆਪਾਂ ਨੂੰ ਹੁੰਦਾ ਵੀ ਕੋਈ ਆਪਾਂ ਨੂੰ ਆ ਕੇ ਸ਼ਾਬਾਸ਼ੀ ਦੇਵੇ। ਹੁਣ ਜਿਵੇਂ ਮੇਰੇ ਦਾਦੀ ਜੀ ਹੋਰੀ ਆ ਹਨਾ, ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਸੀ, ਉਹ ਆਂਦੇ ਵੀ ਅਸੀਂ ਇਹ ਚੀਜ਼ ਦਾ ਇੰਤਜ਼ਾਰ ਕਰਦੇ ਹੁੰਦੇ ਸੀ। ਕਿਉਂਕਿ ਨਾ ਪਹਿਲਾਂ ਸਮੇਂ ਦੇ ਵਿੱਚ ਇਹ ਹੁੰਦਾ ਸੀਗਾ ਵੀ ਹਰ ਇੱਕ ਜਗ੍ਹਾ ਤੇ ਮਰਦ ਅੱਗੇ ਹੁੰਦੇ ਸੀਗੇ ਹਨਾ, ਵੀ ਉਹਨਾਂ ਨੂੰ ਹੀ ਭੇਜਿਆ ਜਾਂਦਾ ਸੀ। ਕੋਈ ਫੰਕਸ਼ਨ ਹੋ ਗਿਆ, ਕੋਈ ਬਾਹਰ ਅੰਦਰ ਚੀਜ਼ ਲਿਆਉਣੀ, ਜਿਵੇਂ ਹੁਣ ਤਾਂ ਆਪਾਂ ਇੱਕ ਲੇਡੀਜ਼ ਨੂੰ ਨਾਲ ਲੈ ਕੇ ਜਾਇਆ ਜਾਂਦਾ ਨਾ, ਵੀ ਕੋਈ ਵੀ ਚੀਜ਼ ਲੈ ਕੇ ਆਉਣੀ ਆ ਜਾਂ ਕੋਈ ਵੀ ਫੰਕਸ਼ਨ, ਆਪਾਂ ਸਭ ਤੋਂ ਪਹਿਲਾਂ ਘਰ ਦੀਆਂ ਔਰਤਾਂ ਨੂੰ ਕਹਿੰਦੇ ਆ ਵੀ ਭਾਈ ਸੂਟ ਸਾਟ ਬਣਾ ਲਓ ਨਾ। ਹੁਣ ਤਾਂ ਔਰਤਾਂ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਅਰਚ, ਵੀ ਅੱਗੇ ਵੱਧ ਗਈਆਂ ਜੀ। ਤਾਂ ਉਹ ਕੀ ਕਹਿੰਦੇ ਹੁੰਦੇ ਸੀ ਨਾ, ਕਹਿੰਦੇ ਸਾਨੂੰ ਇਹ ਇੰਤਜ਼ਾਰ ਹੁੰਦਾ ਸੀ ਵੀ ਕਦੋਂ ਕੋਈ ਫੰਕਸ਼ਨ ਆਊਗਾ ਤੇ ਸਾਨੂੰ ਤੁਹਾਡੇ ਦਾਦਾ ਜੀ ਹੋਰੀ ਕਹਿਣਗੇ ਵੀ ਤੁਸੀਂ ਵੀ ਵਿਆਹ ਤੇ ਜਾਣਾ ਹਨਾ, ਤੁਸੀਂ ਵੀ ਆਪਦੀ ਤਿਆਰੀ ਕਰ ਲਓ। ਕਹਿੰਦੇ ਸਾਨੂੰ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਹੁੰਦਾ ਸੀਗਾ, ਕਹਿੰਦੇ ਅਸੀਂ ਪਹਿਲਾਂ ਹੀ ਐਂ ਕਰਦੇ ਸੀ। ਵੇਖੋ ਅਰਚ ਅੰਦਰੋਂ ਤਾਂ ਤਿਆਰ ਹੁੰਦੀਆਂ ਸੀ, ਪਰ ਉਸ ਟਾਈਮ ਔਰਤਾਂ 'ਚ ਜਾਂ ਬੁੜੀਆਂ 'ਚ ਹਿੰਮਤ ਨਹੀਂ ਸੀ ਹੁੰਦੀ ਵੀ ਆਪਦੀ ਆਪ ਕਹਿ ਦਿੰਦੀਆਂ ਵੀ ਅਸੀਂ ਵੀ ਤੁਹਾਡੇ ਨਾਲ ਜਾਣਾ ਹਨਾ, ਵੀ ਉਹਨਾਂ ਨੂੰ ਐਂ ਹੁੰਦਾ ਸੀ ਸਾਨੂੰ ਕੋਈ ਨਾ ਕੋਈ ਜ਼ਰੂਰ ਕਵੇ ਜੀ। ਤਾਂ ਉਹ ਕੀ ਕਰਦੇ ਹੁੰਦੇ ਸੀ, ਉਹ ਪਹਿਲਾਂ ਹੀ ਤਿਆਰੀਆਂ ਕਰਕੇ ਰੱਖ ਲੈਂਦੇ ਸੀ। ਉਹਨਾਂ ਨੂੰ ਐਂ ਹੁੰਦਾ ਸੀ ਜੇ ਮੌਕੇ ਤੇ ਉਹਨਾਂ ਨੇ ਕਹਿਤਾ ਵੀ ਤੁਸੀਂ ਨਾਲ ਚੱਲੋ ਤਾਂ ਵੀ ਅਸੀਂ ਤਿਆਰ ਆ, ਤੇ ਜੇ ਨਾ ਕਿਹਾ ਤੇ ਚਲੋ ਹਨਾ। ਫਿਰ ਆਪਾਂ ਕਹਿੰਦੇ ਵੀ ਇੱਕ ਮਨ 'ਚ ਗੱਲ ਜੀ ਰਹਿ ਜਾਂਦੀ ਆ ਹਨਾ, ਵੀ ਹਾਏ ਅਸੀਂ ਵੀ ਜਾਂਦੇ। ਤਾਂ ਵੀ ਉਹ ਆਸ ਜਿਹੜੀ ਮਨਾਂ ਦੇ ਵਿੱਚ ਰਹਿ ਜਾਂਦੀ ਆ। ਮੈਨੂੰ ਲੱਗਦਾ ਵੀ ਇੱਕ ਔਰਤ ਨੂੰ ਆਪਾਂ ਸਮਝਣਾ ਆਪਾਂ ਕਹਿ ਦਿੰਦੇ ਬਹੁਤ ਮੁਸ਼ਕਿਲ ਆ, ਪਰ ਮੁਸ਼ਕਿਲ ਕੁਛ ਵੀ ਨਹੀਂ ਹੁੰਦਾ ਹੈਗਾ ਹਨਾ, ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਬਹੁਤ ਵਲਵਲਿਆਂ ਭਰੀ ਜ਼ਿੰਦਗੀ ਹੁੰਦੀ ਹੈ ਇੱਕ ਔਰਤ ਦੀ ਹਨਾ, ਕਿਉਂਕਿ ਆਪਾਂ ਕਿਸੇ ਨਾਲ ਦੁੱਖ ਸਾਂਝਾ ਨਹੀਂ ਕਰ ਸਕਦੇ। ਅੱਜ ਦੀ ਘੜੀ ਮੈਨੂੰ ਲੱਗਦਾ ਇਹੋ ਜਿਹਾ ਸਮਾਂ ਚੱਲਦਾ ਵੀ ਜੇ ਆਪਾਂ ਦੋ ਪਲ ਕਿਸੇ ਨਾਲ ਹਨਾ ਦੁੱਖ ਦੇ ਸਾਂਝੇ ਵੀ ਕਰ ਲਾਂਗੇ ਵੀ ਭਾਈ ਸਾਨੂੰ ਆਹ ਦੁੱਖ ਆ ਨਾ, ਉਹ ਦੁੱਗਣਾ ਕਰਕੇ ਅਗਲਾ ਆਪਾਂ ਨੂੰ ਇੱਕ ਟਾਈਮ ਤੇ ਮੋੜ ਦਿੰਦਾ। ਤਾਂ ਉਸ ਨਾਲ ਚੰਗਾ ਆਪਾਂ ਕਹਿੰਦੇ ਆ ਵੀ ਜਿਹੜੇ ਆਪਾਂ ਦੋ ਪਲ ਕਿਸੇ ਨਾਲ ਹੱਸ ਖੇਡ ਕੇ ਕੱਟ ਲਿਆ, ਆਪਣੇ ਲਈ ਉਹੀ ਚੰਗੇ ਆ। ਬਿਲਕੁਲ ਅਰਚ, ਵੀ ਹੁਣ ਦਾ ਟਾਈਮ ਤੇ ਅੱਗੇ ਵਾਲੇ ਟਾਈਮ 'ਚ ਬਹੁਤ ਫਰਕ ਹੈ ਹਨਾ। ਮੈਨੂੰ ਲੱਗਦਾ ਵੀ ਜਿਹੜੀਆਂ ਵੀ ਜਨਾਨੀਆਂ ਹੁੰਦੀਆਂ ਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਦਿਲ ਦੀਆਂ ਹੁੰਦੀਆਂ ਤੇ ਦਿਲ ਦੇ ਵਿੱਚ ਹੀ ਦਬਾ ਰਹਿ ਜਾਂਦੀਆਂ ਹਨਾ, ਇਹਨਾਂ ਦੇ ਉਹ ਗੱਲਾਂ ਬਾਹਰ ਨਹੀਂ ਨਿਕਲਦੀਆਂ ਹੁੰਦੀਆਂ ਹਨਾ। ਵੀ ਜਿਵੇਂ ਜੇ ਕੁੜੀ ਹੈਗੀ ਛੋਟੀ ਕੁਆਰੀ ਹੁੰਦੀ ਤੇ ਜੇ ਉਹ ਕਰੇ ਆਪਦੇ ਪੇਕੇ ਘਰੇ ਕੋਈ ਗੱਲ ਕਹਿ ਦਿੰਦਾ ਹਨਾ, ਜੇ ਅੱਗੋਂ ਜਵਾਬ ਦੇਊਗੀ ਜਾਂ ਕੁਝ ਕਹੂਗੀ ਤੇ ਉਹਦਾ ਮਾਂ ਪਿਓ ਵੀ ਟੋਕਦਾ, ਹਰ ਇੱਕ ਟੋਕਦਾ ਵੀ ਤੁਸੀਂ ਨਾ ਬੋਲੋ, ਹਜੇ ਤੁਹਾਡਾ ਟਾਈਮ ਬੋਲਣ ਦਾ ਨਹੀਂ ਆਇਆ ਹਨਾ, ਤੁਸੀਂ ਗਾਂ ਬਗਾਨੇ ਘਰੇ ਜਾਣਾ, ਤੁਹਾਨੂੰ ਉਵੇਂ ਆਦਤ ਪੈ ਜੂਗੀ ਹਨਾ। ਉੱਥੇ ਵੀ ਉਹਨੂੰ ਚੁੱਪ ਹੋਣਾ ਪੈ ਜਾਂਦਾ, ਵੀ ਚੁੱਪ ਹੀ ਹੋ ਜਾਂਦੀ, ਉਹ ਦਿਲ ਦੀਆਂ ਗੱਲਾਂ ਦਿਲ 'ਚ ਹੀ ਰੱਖ
ਲੈਂਦੀ ਹੈ। ਜੇ ਉਹ ਬਗਾਨੇ ਘਰੇ ਜਾ ਕੇ ਕੋਈ ਗੱਲ ਕਹਿੰਦੀ ਹੈ ਜਾਂ ਬੋਲਦੀ ਹੈ ਹਨਾ, ਤੇ ਉੱਥੇ ਵੀ ਅਗਲਾ ਕਹਿ ਦਿੰਦਾ ਵੀ ਤੁਸੀਂ ਬੋਲੋ ਨਾ, ਸਾਡੇ ਮੂਹਰੇ ਬੋਲਦੇ ਆ ਹਨਾ। ਤੇ ਉਹਦੇ ਜਦੋਂ ਬਗਾਨੇ ਘਰੇ ਜਾਂਦੀ ਤੇ ਉਹਨੂੰ ਜਾਣ ਸਾਰ ਇਹ ਗੱਲ ਵੀ ਅਗਲਾ ਕਹਿ ਦਿੰਦਾ ਹੁੰਦਾ, ਵੀ ਘਰਾਂ ਵਾਲਾ ਕਹਿ ਦਿੰਦਾ ਵੀ ਤੁਸੀਂ ਮੇਰਾ ਮਾਂ ਪਿਓ, ਭਾਵੇਂ ਤੁਹਾਨੂੰ ਕੋਈ ਕੁਛ ਕਹੀ ਜਾਵੇ ਨਾ ਕਹੀ ਜਾਵੇ, ਤੁਸੀਂ ਅੱਗੋਂ ਉਹਨਾਂ ਦੇ ਬੋਲਣਾ ਵੀ ਨਹੀਂ ਹਨਾ, ਵੀ ਤੁਸੀਂ ਉਹਨਾਂ ਅੱਗੇ ਚੁੱਪ ਰਹਿਣਾ, ਵੀ ਉਹਨਾਂ ਅੱਗੇ ਜ਼ੁਬਾਨ ਨਹੀਂ ਆਪਦੀ ਲੜਾਉਣੀ ਹਨਾ। ਤੇ ਉਹ ਐਂ ਕਹਿ ਦਿੰਦੇ। ਕਈ ਵਾਰ ਵੇਖੋ ਹੁਣ ਔਰਤ ਕੋਈ ਕੰਮ ਬਣਾਉਂਦੀ, ਸਬਜ਼ੀ ਪਾਣੀ ਬਣਾਉਂਦੀ, ਕੋਈ ਰੋਟੀ ਟੁੱਕ ਦਾ ਬਣਾਉਂਦੀ, ਕੋਈ ਕੁਛ ਵੀ ਕਰਦੀ ਹੈ ਨਾ, ਵੀ ਘਰੇ ਕੰਮ ਆਪਾਂ ਨੂੰ 100 ਹੁੰਦਾ, ਆਪਾਂ ਕੋਈ ਕੰਮ ਕਰਦੇ, ਕਈ ਵਾਰ ਆਪਾਂ ਤੋਂ ਕੋਈ ਗਲਤ ਹੋ ਜਾਂਦਾ ਹੈ ਨਾ, ਤੇ ਉਦੋਂ ਫਿਰ ਅਗਲਾ ਕਰਦਾ ਉਹਦੇ ਮਾਂ ਪਿਓ ਨੂੰ ਫੜ ਲੈਂਦਾ ਵੀ ਤੁਹਾਡੀ ਮਾਂ ਨੇ ਨਹੀਂ ਕੁਛ ਸਿਖਾਇਆ ਜਾਂ ਤੁਹਾਡੇ ਪਿਓ ਨੇ ਇਹ ਨਹੀਂ ਅਕਲ ਤੁਹਾਨੂੰ ਦਿੱਤੀ ਹੈ ਨਾ। ਵੀ ਉਸ ਟਾਈਮ ਵੇਖੋ ਫਿਰ ਔਰਤ ਨੂੰ ਵੀ ਕਿੰਨਾ ਗੁੱਸਾ ਆਉਂਦਾ ਵੀ ਆਪ ਤਾਂ ਤੁਸੀਂ ਉਹਦਾ ਅਨੁਸਾਰ ਪਹਿਲੀਆਂ ਚ ਇਹ ਗੱਲ ਕਹੀ ਉਹਨੂੰ, ਤੇ ਉਹਦਾ ਮੂੰਹ ਬੰਨਤਾ ਵੀ ਤੁਸੀਂ ਮੇਰੇ ਮਾਂ ਪਿਓ ਨੂੰ ਕੁਛ ਕਹਿਣਾ ਨਹੀਂ ਅੱਗੋਂ, ਹਾਂ ਬੋਲਣਾ ਨਹੀਂ, ਵੀ ਜਿਵੇਂ ਦਾ ਤੁਹਾਡਾ ਮਾਂ ਪਿਓ ਤੇ ਉਹਦਾ ਵੀ ਮਾਂ ਪਿਓ ਉਵੇਂ ਦਾ, ਉਹਨੂੰ ਵੀ ਐਂ ਹੁੰਦਾ ਵੀ ਤੁਹਾਡੇ ਮਾਂ ਪਿਓ ਦੀ ਇੱਜ਼ਤ ਮੈਂ ਕਰਾਂ ਤੇ ਮੇਰੇ ਮਾਂ ਪਿਓ ਦੀ ਵੀ ਕੋਈ ਇੱਜ਼ਤ ਕਰੇ ਹਨਾ। ਤੇ ਉੱਥੇ ਮੈਨੂੰ ਲੱਗਦਾ ਵੀ ਆਪਾਂ ਨੂੰ ਥੋੜਾ ਜਿਹਾ ਸਬਰ ਰੱਖ ਲੈਣਾ ਚਾਹੀਦਾ ਹੁੰਦਾ, ਵੀ ਚਲੋ ਇੱਕ ਦਿਨ ਗਲਤੀ ਹੋ ਗਈ, ਦੂਜੇ ਦਿਨ ਮੈਨੂੰ ਲੱਗਦਾ ਅਗਲਾ ਆਪ ਹੀ ਗਲਤੀ ਸੁਧਾਰ ਲੈਂਦਾ ਆਪਦੀ। ਇੱਕ ਮੈਨੂੰ ਲੱਗਦਾ ਨਾ ਇਸਤਰੀ ਦੇ ਜੀਵਨ ਦੀ ਸ਼ੁਰੂਆਤ ਹੀ ਆਈ ਹੈ, ਜੇ ਦਿਨ ਦੀ ਸ਼ੁਰੂਆਤ ਕਰਨੀ ਹੈ ਤਾਂ ਵੀ ਰਸੋਈ ਤੋਂ ਕਰਨੀ ਹੈ, ਜੇ ਦਿਨ ਆਪਾਂ ਕਦੀ ਵੀ ਖਤਮ ਆ ਹਨਾ ਵੀ ਹੁਣ ਰਾਤ ਨੂੰ ਸੌਣਾ ਤਾਂ ਵੀ ਆਪਾਂ ਰਸੋਈ 'ਚ ਬਰਤਨ ਸਾਫ਼ ਕਰਕੇ ਸੌਣਾ ਹਨਾ, ਕਿਉਂਕਿ ਸ਼ੁਰੂਆਤ ਵੇਲੇ ਆਪਾਂ ਚਾਹ ਪਾਣੀ ਧਰਦੇ ਆ ਤੇ ਰਾਤ ਨੂੰ ਫਿਰ ਆਪਾਂ ਰੋਟੀ ਟੁੱਕ ਵਾਲੇ ਭਾਂਡੇ ਮਾਂਜਦੇ ਆ ਨਾ, ਸਾਰਾ ਦਿਨ ਵੀ ਆਪਾਂ ਰਸੋਈ ਦੇ ਵਿੱਚ ਰਹਿੰਦੇ ਆ। ਤਾਂ ਦੇਖੋ ਪੂਰੇ ਮਹੀਨੇ ਦੇ ਵਿੱਚ ਜੇ ਆਪਾਂ ਇੱਕ ਵਾਰੀ ਵੀ ਔਰਤ ਨੂੰ ਕਹਿ ਦਈਏ ਨਾ ਕਿ ਅੱਜ ਤੂੰ ਆਪਦੀ ਮਰਜ਼ੀ ਕਰ ਲੈ ਹਨਾ, ਤਾਂ ਉਹ ਮੈਨੂੰ ਲੱਗਦਾ ਵੀ ਆਪਦੇ ਸਾਰੇ ਦੁੱਖ ਭੁੱਲ ਲੈਂਦੀ ਹੈ। ਫਿਰ ਉਹਨੂੰ ਇਹ ਚਾਹ ਹੁੰਦਾ ਵੀ ਹਾਂ ਮੇਰੀ ਵੀ ਘਰੇ ਕੋਈ ਸੁਣੀ ਜਾਂਦੀ ਹੈ ਨਾ, ਜਾਂ ਮੇਰੀ ਵੀ ਪੁੱਗਦੀ ਆ ਇੰਨੇ ਨਾ, ਔਰ ਵੀ ਜਨਾਨੀ ਜਿਹੜੀ ਹੁੰਦੀ ਉਹਨੂੰ ਵੀ ਹੌਸਲਾ ਹੋ ਜਾਂਦਾ ਹੈ ਨਾ ਜੀ। ਕਿਉਂਕਿ ਨਾ ਇਹ ਹੁੰਦਾ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਤੁਸੀਂ ਇਹ ਦੇਖੋ ਆਪਾਂ ਨੂੰ ਕਿੰਨੀ ਗੱਲ ਦੀ ਟੋਕ ਟਕਾਈ ਕੀਤੀ, ਕਿੰਨੇ ਉਹਦੇ ਮਨ ਦੇ ਵਿੱਚ ਵਲਵਲੇ ਹੋਣਗੇ, ਕਿੰਨੀਆਂ ਚੀਜ਼ਾਂ ਉਹ ਦਬਾਈ ਬੈਠੀ ਹੋਊਗੀ ਹਨਾ। ਤੇ ਜਦੋਂ ਆਪਾਂ ਇੱਕ ਦਿਨ ਉਹਨੂੰ ਇਹ ਕਹਿ ਦੀ, ਕਿਉਂਕਿ ਨਾ ਆਮ ਹੀ ਆਪਣੇ ਕੀ ਹੁੰਦਾ ਵੀ ਆਪਣੇ ਟਾਈਮ ਵੱਜੇ ਹੁੰਦੇ ਆ ਵੀ ਇੰਨੇ ਵਜੇ ਆਹ ਕੰਮ ਹੋਣਾ ਚਾਹੀਦਾ, ਇੰਨੇ ਵਜੇ ਚਾਹ ਆਉਣੀ ਚਾਹੀਦੀ, ਇੰਨੇ ਵਜੇ ਰੋਟੀ ਬਣਨੀ ਚਾਹੀਦੀ ਹੈ ਨਾ, ਤਾਂ ਵੀ ਆਪਾਂ ਟਾਈਮ ਦੇਖੀ ਜਾਂਦੇ ਆ ਵੀ ਇੰਨੇ ਵੱਜ ਗਏ ਹੁਣ ਆਹ ਕੰਮ ਕਰਨਾ ਫਟਾਫਟ ਚਲੋ ਹਨਾ। ਤਾਂ ਵੀ ਉਹ ਵਿਚਾਰੀ ਕੀ ਹੈ ਸਾਰਾ ਦਿਨ ਕਿਸੇ ਦੀ ਵੇਖੋ ਹਰ ਚ 10 ਮਿੰਟ ਵੀ ਹੁਣ ਉਹ ਵੀ ਆਪਾਂ ਨਾ ਟਾਈਮ ਜਰਾਂਦ ਨਾਲ ਨਹੀਂ ਟਪਾਉਂਦੇ ਹਨਾ, ਉਹ ਵੀ ਆਪਾਂ ਟਾਈਮ ਵੇਖ ਕੇ ਟਪਾਉਣੇ। ਤੁਹਾਡੇ ਵਾਲੀ ਗੱਲ ਵੀ ਇੰਨਾ ਟਾਈਮ ਹੋ ਗਿਆ, ਇੰਨੇ ਟਾਈਮ ਨੂੰ ਅਸੀਂ ਆਹ ਚੀਜ਼ ਕਰਨੀ ਹੈ ਜੀ। ਤਾਂ ਮਤਲਬ ਸਾਰਾ ਦਿਨ ਹੀ ਇਹ ਮੰਨ ਲਓ ਵੀ ਆਪਾਂ ਕਿਸੇ ਨੂੰ ਖੁਸ਼ ਕਰਨ ਦੇ ਵਿੱਚ ਲੰਘਾ ਦਿੰਦੇ ਆ ਨਾ, ਕੰਪਰੋਮਾਈਜ਼ ਕਰਨ ਦੇ ਵਿੱਚ ਲੰਘਾ ਦਿੰਦੇ ਆ। ਤੇ ਇੱਕ ਟਾਈਮ ਮੈਨੂੰ ਲੱਗਦਾ ਇਹੋ ਜਿਹਾ ਹੁੰਦਾ ਜਿੱਥੇ ਇੱਕ ਲੇਡੀ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ। ਕਿਉਂ ਹੋ ਜਾਂਦੀ ਹੈ? ਕਿਉਂਕਿ ਉਹਨੂੰ ਇਹ ਹੁੰਦਾ ਵੀ ਜੇ ਫੋਨ ਦੇ ਵਿੱਚ 100-200 ਨੰਬਰ ਵੀ ਪਿਆ ਨਾ ਆਪਣੇ ਕੋਲੇ, ਤਾਂ ਉਹਨੂੰ ਇੱਕ ਨੰਬਰ ਵੀ ਇਹੋ ਜਿਹਾ ਨਹੀਂ ਮਿਲਦਾ ਹੁੰਦਾ ਜਿਹਦੇ ਨਾਲ ਉਹ 10 ਮਿੰਟ ਆਪਦਾ ਦੁੱਖ ਸਾਂਝਾ ਕਰ ਸਕੇ ਹਨਾ। ਤਾਂ ਮੈਨੂੰ ਲੱਗਦਾ ਵੀ ਆਪਣਾ ਮਾਹੌਲ, ਘਰ ਦਾ ਮਾਹੌਲ ਵੀ ਇਦਾਂ ਦਾ ਹੋਣਾ ਚਾਹੀਦਾ ਵੀ ਜਿੱਥੇ ਆਪਾਂ ਇੱਕ ਔਰਤ ਨੂੰ ਸਮਝ ਸਕੀਏ ਹਨਾ, ਉਹਦੀਆਂ ਪ੍ਰੋਬਲਮਸ ਨੂੰ ਸਮਝ ਸਕੀਏ। ਕਿਉਂਕਿ ਆਪਾਂ ਨੂੰ ਵੀ ਪਤਾ ਵੀ ਬਹੁਤ ਜ਼ਿਆਦਾ ਸਰੀਰਕ ਵੀ ਤੇ ਮਾਨਸਿਕ ਵੀ ਇਦਾਂ ਦੇ ਤਣਾਅ ਹੁੰਦੇ ਆ ਹਨਾ, ਜਿਹੜੀਆਂ ਇੱਕ ਔਰਤਾਂ ਨੂੰ ਜ਼ਿਆਦਾਤਰ ਹੁੰਦੇ ਆ। ਤਾਂ ਵੀ ਉਹ ਚੀਜ਼ਾਂ ਮੈਨੂੰ ਲੱਗਦਾ ਆਪਾਂ ਨੂੰ ਸਮਝਣੀਆਂ ਚਾਹੀਦੀਆਂ। ਇੱਕ ਟਾਈਮ ਤੇ ਆਪਾਂ ਝੜਕ ਕੇ ਕਹਿ ਦਿੰਦੇ ਆ ਹਨਾ ਵੀ ਤੂੰ ਅੱਜ ਆਹ ਕੰਮ ਆਏ ਨਹੀਂ ਕੀਤਾ, ਪਰ ਉੱਥੇ ਆਪਾਂ ਇਹ ਨਹੀਂ ਸਮਝਦੇ ਹੈਗੇ ਵੀ ਉਹਨੇ ਕਿਉਂ ਨਹੀਂ ਕੀਤਾ ਹੈਗਾ ਹਨਾ, ਵੀ ਉਹਦੇ ਪਿੱਛੇ ਵੀ ਕੋਈ ਕਾਰਨ ਹੀ ਹੋਊ ਵੀ ਜਿਹੜਾ ਉਹਨੇ ਇਹ ਕੰਮ ਕੀਤਾ ਨਹੀਂ ਹਨਾ। ਵੇਖੋ ਹਰ ਚੀਜ਼ ਜਿਵੇਂ ਆਪਣੇ ਬੱਚੇ ਹੋ ਜਾਂਦੇ, ਬੱਚਿਆਂ ਨੂੰ ਪੜ੍ਹਨ ਲਾਉਣਾ ਹਨਾ, ਜਦੋਂ ਪੜ੍ਹਨ ਲਾਉਣਾ ਉਹ ਵੀ ਸਾਰੀ ਜ਼ਿੰਮੇਵਾਰੀ ਮੈਨੂੰ ਲੱਗਦਾ ਮਾਂ ਦੀ ਹੁੰਦੀ ਹੈ, ਇੰਨੀ ਬਾਪ ਦੀ ਨਹੀਂ ਹੁੰਦੀ ਹਨਾ। ਮਾਂ ਨੇ ਪੜ੍ਹਨ ਬੱਚਿਆਂ ਨੂੰ ਲਾਉਣਾ, ਮਾਂ ਨੇ ਜਦੋਂ ਬੱਚੇ ਆਪਾਂ ਸਕੂਲ ਸ਼ੁਰੂ ਚ ਤੋਰਦੇ ਆ ਕਿੰਨੇ ਔਖੇ ਤੋਰਨੇ ਹਨਾ। ਕਈ ਬੱਚੇ ਤਾਂ ਬਹੁਤ ਜ਼ਿਆਦਾ ਔਖੇ ਲੱਗਦੇ, ਬਹੁਤ ਜ਼ਿਆਦਾ ਰੋਂਦੇ ਵੀ ਹੈ ਤੇ ਕਈ ਚੁੱਪ ਕਰਕੇ ਵੀ ਉੱਠ ਜਾਂਦੇ ਹਨਾ। ਫਿਰ ਉਹਨਾਂ ਦੀ ਯੂਨੀਫਾਰਮ ਪਾਉਣੀ, ਉਹ ਸਾਰਾ ਕੁਝ ਕਰਨਾ, ਜਾਂ ਉਹਨਾਂ ਦਾ ਟਿਫਨ ਵਗੈਰਾ ਫਰੂਟ ਵਗੈਰਾ ਸਭ ਕੁਝ ਕਰਨਾ ਬੱਚਿਆਂ ਦਾ ਹਨਾ। ਤੇ ਫਿਰ ਉਹਨਾਂ ਨੂੰ ਆਇਆਂ ਨੂੰ ਵੀ ਖਵਾਉਣਾ ਪਿਆਉਣਾ ਸਾਰਾ ਕੁਝ ਕਰਨਾ, ਉਹ ਵੀ ਮਾਂ ਦੀ ਜ਼ਿੰਮੇਵਾਰੀ ਹੈ। ਮਾਂ ਨੇ ਹੀ ਕਰਨਾ ਜੋ ਕੁਝ ਕਰਨਾ ਹਨਾ। ਤੇ ਫਿਰ ਮਾਂ ਨੇ ਉਹਨਾਂ ਨੂੰ ਕੰਮ ਜਿਹੜਾ ਪੜਾਉਣਾ ਲਿਖਾਉਣਾ ਸਭ ਕੁਝ ਕਰਨਾ। ਕਈ ਵਾਰ ਬੱਚਾ ਕੋਈ ਪੜ੍ਹਨ ਚ ਵੀ ਨਲਾਇਕ ਰਹਿ ਜਾਂਦਾ ਹਨਾ, ਜਾਂ ਕੋਈ ਬੱਚਾ ਆਏਗਾ ਨੂੰ ਚੰਗੀ ਤਰ੍ਹਾਂ ਬੁਲਾਉਂਦਾ ਨਹੀਂ ਢੰਗ ਨਾਲ ਹਨਾ, ਸੋਹਣੇ ਤਰੀਕੇ ਨਾਲ ਨਹੀਂ ਬੁਲਾਉਂਦਾ, ਤੇ ਉਦੋਂ ਵੀ ਅਗਲਾ ਮਾਂ ਨੂੰ ਕਹਿ ਦਿੰਦਾ ਵੀ ਇਹਦੀ ਮਾਂ ਨੇ ਇਹਨੂੰ ਕੁਛ ਸਿਖਾਇਆ ਨਹੀਂ ਹਨਾ। ਵੀ ਮੈਨੂੰ ਲੱਗਦਾ ਵੀ ਹਰ ਇੱਕ ਕੰਮ ਹੈ ਜਿਹੜਾ ਔਰਤ ਦੇ ਸਿਰ ਜ਼ਿਆਦਾ ਮੜਿਆ ਜਾਂਦਾ ਹਨਾ। ਵੀ ਕੋਈ ਗਲਤੀ ਹੁੰਦੀ ਤੇ ਉਹ ਔਰਤ ਨੂੰ ਅਗਲਾ ਜ਼ਿਆਦਾ ਕਹਿ ਦਿੰਦਾ ਵੀ ਇਹਨੇ ਇਹ ਕੰਮ ਇਹ ਕੀਤਾ ਨਹੀਂ ਹਨਾ। ਗਾਂ ਬੱਚਿਆਂ ਨੂੰ ਵੀ ਕਹਿ ਦਿੰਦਾ ਵੀ ਇਹ ਮਾਂ ਦੀ ਜ਼ਿੰਮੇਵਾਰੀ। ਉੱਥੇ ਮੈਨੂੰ ਲੱਗਦਾ ਬਾਪ ਦੀ ਵੀ ਜ਼ਿੰਮੇਵਾਰੀ ਹੋਣੀ ਉਨੀ ਜ਼ਰੂਰੀ ਹੈ ਨਾ, ਵੀ ਜੇ ਬਾਪ ਵੀ ਸਿਖਾਵੇ ਬੱਚਿਆਂ ਨੂੰ ਤਾਂ ਉਹ ਵੀ ਗੱਲ ਸਿਖਾ ਸਕਦਾ ਜੀ। ਤੁਸੀਂ ਇਹ ਦੇਖੋ ਭੈਣੇ ਵੀ ਆਪਾਂ ਜਦੋਂ ਇੱਕ ਗੱਲ ਨਾ ਕਿਸੇ ਗਿਣਤੀ ਮਿੰਤੀ ਤੇ ਆ ਕੇ ਸ਼ੁਰੂ ਹੋਣ ਲੱਗ ਜੇ ਤਾਂ ਉਹ ਨਾ ਇੱਕ ਦਿਮਾਗ ਤੇ ਪ੍ਰੈਸ਼ਰ ਜਿਹਾ ਬਣਨ ਲੱਗ ਜਾਂਦਾ। ਹੁਣ ਤੁਸੀਂ ਦੇਖੋ ਆਪਾਂ ਕਿਸੇ ਟੂਰ ਤੇ ਜਾਂਦੇ ਆ ਹਨਾ, ਜਦੋਂ ਆਪਾਂ ਉੱਥੇ ਪਹਿਲੇ ਗਿਣਤੀਆਂ ਮਿੰਤੀਆਂ ਲਾਈ ਜਾਂਦੇ ਆ ਵੀ ਇੱਥੇ ਆਪਾਂ ਰੈਸਟੋਰੈਂਟ ਦੇ ਵਿੱਚ ਰਵਾਂਗੇ, ਇੱਥੇ ਇੰਨਾ ਖਰਚਾ ਹੋ ਜਾਊਗਾ, ਜਾਂ ਹੁਣ ਆਪਾਂ ਇੱਥੋਂ ਚੱਲਾਂਗੇ ਤਾਂ ਇੱਥੋਂ ਇੰਨੀ ਦੂਰੀ ਤੱਕ ਇੰਨਾ ਖਰਚਾ ਹੋ ਜਾਊਗਾ। ਉਹ ਹਿਸਾਬ ਕਿਤਾਬ ਆਪਣੇ ਦਿਮਾਗ ਦੇ ਵਿੱਚ ਚੱਲੀ ਜਾਂਦਾ, ਆਪਾਂ ਉਹ ਮੂਵਮੈਂਟ ਨੂੰ ਇੰਜੋਏ ਨਹੀਂ ਕਰਦੇ ਹੈਗੇ ਹਨਾ। ਆਪਾਂ ਉਹ ਹਿਸਾਬ ਕਿਤਾਬ ਉਂਗਲਾਂ ਤੇ ਭੰਨਣ ਲੱਗ ਜਾਂਦੇ, ਜੋੜ ਕਤੋੜ ਲਾਉਣ ਲੱਗ ਜਾਂਦੇ ਜੀ। ਤੇ ਉਵੇਂ ਆਪਾਂ ਇੱਕ ਔਰਤ ਦੀ ਜ਼ਿੰਦਗੀ ਹੈ, ਤੁਸੀਂ ਦੇਖੋ ਆਪਾਂ ਇੱਕ ਰਸੋਈ ਦੇ ਵਿੱਚ ਰੋਟੀ ਪਕਾਉਣੇ ਆ ਹਨਾ, ਜਦੋਂ ਮੈਨੂੰ ਲੱਗਦਾ ਰੋਟੀ ਗਿਣ ਕੇ ਬਣਨ ਲੱਗ ਜੇ ਨਾ ਤਾਂ ਜਾਂ ਤਾਂ ਕੋਈ ਪਰਿਵਾਰ ਦਾ ਮੈਂਬਰ ਭੁੱਖਾ ਰਹਿ ਜਾਂਦਾ ਤੇ ਜਾਂ ਕੋਈ ਜ਼ਿਆਦਾ ਰੱਜ ਜਾਂਦਾ ਹਨਾ। ਕਿਉਂਕਿ ਆਪਾਂ ਜਦੋਂ
ਇੱਕ ਤੁਸੀਂ ਦੇਖੋ ਕੰਮ ਵਾਲੀ ਆਉਂਦੀ ਘਰੇ ਹਨਾ, ਉਹਨੇ ਟਾਈਮ ਦੇਖਣਾ ਵੀ ਇੰਨੇ ਵਜੇ ਜਿਹੜਾ ਆਹ ਕੰਮ ਕਰਨਾ, ਤੇ ਉਹਨੇ ਫਟਾਫਟ ਜੇ ਖਾਣਾ ਬਣਾਉਣਾ ਨੇ ਫਟਾਫਟ ਬਣਾ ਕੇ ਉਹਨੇ ਜਾ ਵੜਨਾ ਵੀ ਇੰਨੇ ਨੂੰ ਮੇਰਾ ਕੰਮ ਖਤਮ ਆ ਹਨਾ। ਜਦੋਂ ਮੈਨੂੰ ਲੱਗਦਾ ਇੱਕ ਘਰ ਦੀ ਔਰਤ ਆਪ ਖੁਦ ਜਾ ਕੇ ਖਾਣਾ ਬਣਾਊਗੀ, ਉਹ ਜਿੰਨੀ ਰੀਝ ਨਾਲ ਖਾਣਾ ਬਣਾਊਗੀ ਓਨਾ ਹੀ ਮੈਨੂੰ ਲੱਗਦਾ ਪਰਿਵਾਰ ਦੇ ਮੈਂਬਰਾਂ ਨੂੰ ਲੱਗਦਾ ਹਨਾ। ਤਾਂ ਉਦਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਇੰਨਾ ਕੁ ਜ਼ਿਆਦਾ ਵਧੀਆ, ਜਾਂ ਆਪਾਂ ਨੂੰ ਕੀ ਹੈ ਜਦੋਂ ਕੋਈ ਲੇਡੀ ਕੰਮ ਕਰਦੀ ਹੈ ਤਾਂ ਉਹਦੀ ਇੰਨੀ ਕੁ ਜ਼ਿਆਦਾ ਪ੍ਰਸ਼ੰਸਾ ਕਰੋ ਕਿ ਉਹਨੂੰ ਇੰਨੀ ਰੀਝ ਨਾਲ ਕਰੇ ਕਿ ਉਹਦਾ ਵੀ ਮਨ ਖੁਸ਼ ਹੋਵੇ ਤੇ ਬਾਕੀਆਂ ਦਾ ਵੀ ਮਨ ਖੁਸ਼ ਹੋਵੇ ਉਹਨੂੰ ਵੇਖ ਕੇ ਨਾ। ਬਿਲਕੁਲ ਅਰਚ, ਜਿਹੜਾ ਤੁਹਾਡੇ ਵਾਲੀ ਗੱਲ ਹੁੰਦਾ ਵੀ ਆਪਾਂ ਕੰਮ ਵਾਲੇ ਤੋਂ ਕਰਵਾ ਲੈਣੇ ਨੇ, ਕੰਮ ਵਾਲੇ ਨੇ ਤਾਂ ਆਪਦੀ ਇੱਕ ਡਿਊਟੀ ਦੇਣੀ ਹੁੰਦੀ ਹੈ ਹਨਾ। ਤੇ ਜਿਹੜੀ ਮਾਂ ਹੁੰਦੀ ਹੈ ਜਦੋਂ ਬਣਾਉਣਾ ਖਾਣਾ, ਉਹਨਾਂ ਨੂੰ ਪਹਿਲਾਂ ਐ ਪਤਾ ਹੁੰਦਾ ਵੀ ਮੇਰਾ ਪੁੱਤ ਆਹ ਚੀਜ਼ ਖੁਸ਼ ਹੋ ਕੇ ਖਾਂਦਾ, ਧੀ ਮੇਰੀ ਆਹ ਖਾਂਦੀ, ਜਾਂ ਬੰਦਾ ਮੇਰਾ ਆਹ ਚੀਜ਼ ਖਾਂਦਾ ਹਨਾ। ਉਹਨੂੰ ਪਤਾ ਹੁੰਦਾ ਆਪਦੇ ਪਰਿਵਾਰ ਬਾਰੇ ਵੀ ਉਹ ਐਵੇਂ ਦੀ ਚੀਜ਼ ਖਾਂਦੇ ਤਾਂ ਉਵੇਂ ਦੀ ਖੁਸ਼ ਹੋ ਕੇ ਬਣਾਉ ਹਨਾ। ਤੇ ਜਿਹੜਾ ਕੰਮ ਵਾਲਾ ਹੁੰਦਾ ਉਹਨੇ ਆਪਦੀ ਡਿਊਟੀ ਕਰਨੀ ਹੁੰਦੀ, ਤੇ ਮਾਂ ਜਿਹੜਾ ਖੁਸ਼ੀ ਬਣਾਉਂਦੀ ਹੈ ਹਨਾ। ਵਿੱਚ ਜਿਵੇਂ ਪਹਿਲਾਂ ਵਾਲੀਆਂ ਔਰਤਾਂ ਹੁੰਦੀਆਂ ਸੀ ਤੇ ਉਹ ਤਾਂ ਫਿਰ ਜਦੋਂ ਵੀ ਰੋਟੀ ਟੁੱਕਦਾ ਕਰਦੀਆਂ ਤਾਂ ਉਹ ਪਾਠ ਵੀ ਪੜ੍ਹਦੀਆਂ ਹੁੰਦੀਆਂ ਸੀ ਹਨਾ। ਕਹਿ ਦਿੰਦੀਆਂ ਸੀ ਜਿਵੇਂ ਆਟਾ ਗੁੰਨਣਾ ਵੈਗਰੂ ਵੈਗਰੂ ਕਰਦੀਆਂ, ਵਿੱਚ ਬਾਣੀ ਦਾ ਅਸਰ ਹੁੰਦਾ ਪਾਠ ਦੇ ਵਿੱਚ ਹਨਾ। ਉਹ ਭਾਵਨਾਵਾਂ ਆ ਜਾਂਦੀਆਂ। ਜਦੋਂ ਵੇਖੋ ਆਪਾਂ ਉਵੇਂ ਦਾ ਫੁਲਕਾ ਖਾਂਦੇ ਤੇ ਉਹ ਆਪਾਂ ਨੂੰ ਅੰਦਰ ਜਾ ਕੇ ਲੱਗਦਾ ਵੀ ਹੈ ਹਨਾ, ਤੇ ਆਪਾਂ ਨੂੰ ਉਹਦੇ ਨਾਲ ਤਾਕਤ ਵੀ ਮਿਲਦੀ ਹੈ। ਤੇ ਜੇ ਆਪਾਂ ਆਮ ਫੁਲਕਾ ਖਾਈ ਜਾਂਦੇ ਤੇ ਜੇ ਆਪਣੀ ਮਾਂ ਆਪਾਂ ਨੂੰ ਫੁਲਕਾ ਧਰੇ ਤੇ ਆਪਾਂ ਕਹੀਏ ਅਸੀਂ ਅੱਧਾ ਫੁਲਕਾ ਹੀ ਖਾਣਾ, ਬਸ ਅੱਧਾ ਦਿਓ ਸਾਨੂੰ ਹਨਾ। ਤੇ ਕਦੇ ਵਾਸਤੇ ਮੰਮੀ ਅੱਧਾ ਫੁਲਕਾ ਨਾ ਧਰੂ, ਮਾਂ ਨੂੰ ਆਏ ਹੁੰਦਾ ਵੀ ਚਲੋ ਸਾਬਤਾ ਖਾਓ ਤੁਸੀਂ ਹਨਾ, ਉਹ ਪੂਰਾ ਧਰ ਕੇ ਜਾਊ ਥਾਲ ਦੇ ਵਿੱਚ। ਤੇ ਜੇ ਆਪਾਂ ਕੰਮ ਵਾਲਿਆਂ ਨੂੰ ਕਹਿ ਦਈਏ ਬਸ ਅਸੀਂ ਤਾਂ ਫੁਲਕਾ ਹਨਾ, ਤੇ ਜੇ ਆਪਾਂ ਅੱਧਾ ਵੀ ਫੇਰ ਮੰਗ ਲਈਏ ਉਹ ਫੜਾ ਤਾਂ ਦਿੰਦੇ ਆ, ਕਿ ਉਹਨਾਂ ਦੀ ਡਿਊਟੀ ਹੁੰਦੀ ਹੈ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਫੜਾਉਣਾ ਹੀ ਫੜਾਉਣਾ ਹਨਾ। ਪਰ ਉਹ ਅੰਦਰੋਂ ਨਹੀਂ ਖੁਸ਼ ਹੋ ਕੇ ਫੜਾਉਂਦੇ ਹਨਾ, ਅੰਦਰੋਂ ਅਗਲੇ ਦਾ ਮਨ ਕਿੰਨਾ ਦੁਖੀ ਹੁੰਦਾ। ਮੈਨੂੰ ਲੱਗਦਾ ਜਿਹੜੀ ਮਾਂ ਖਾਣਾ ਬਣਾਉਂਦੀ ਉਹਦੇ ਚ ਬਹੁਤ ਜ਼ਿਆਦਾ ਭਾਵਨਾਵਾਂ ਹੁੰਦੀਆਂ। ਔਰਤ ਦੀ ਜ਼ਿੰਦਗੀ ਤੇ ਕੀ ਹੈ ਵੀ ਜਾਂ ਰਾਹ ਪਿਆ ਜਾਣੀ ਹੈ ਤੇ ਜਾਂ ਵਾਹ ਪਿਆ ਜਾਣੀ ਹੈ ਹਨਾ। ਜਿਹੜਾ ਇਸ ਵਾਹ ਪੈ ਗਿਆ ਉਹਨੂੰ ਪਤਾ ਹੋਊਗਾ ਵੀ ਹਾਂ ਇਸ ਰਾਹ ਦੇ ਵਿੱਚ ਇੰਨੀ ਅੜਕਣਾ ਹੈਗੀ ਆ ਨਾ। ਤੁਸੀਂ ਦੇਖੋ ਬਹੁਤ ਇਦਾਂ ਦੀਆਂ ਜ਼ਿੰਦਗੀਆਂ ਵੀ ਮੈਂ ਦੇਖੀਆਂ ਜਿੱਥੇ ਕੀ ਹੈ ਇੱਕ ਔਰਤ ਦੇ ਕੱਪੜੇ ਪਾਉਣ ਤੇ, ਇੱਕ ਖਾਣ ਪੀਣ ਤੇ, ਇੱਕ ਬਾਹਰ ਅੰਦਰ ਜਾਣ ਤੇ ਹਨਾ ਆਪਾਂ ਬਹੁਤ ਜ਼ਿਆਦਾ ਸੋਚ ਸਮਝ ਕੇ ਕਰਦੇ ਆ ਹਨਾ। ਜਿਵੇਂ ਹੁਣ ਆਪਾਂ ਦੇਖ ਲਈ ਵੀ ਇੱਕ ਕੱਪੜੇ ਆ, ਆਪਾਂ ਦੇਖ ਲਈ ਵੀ ਬਹੁਤ ਛੋਟੇ ਕੱਪੜੇ ਵੀ ਔਰਤਾਂ ਪਾਉਂਦੀਆਂ ਤੇ ਬਹੁਤ ਜਿਹੜੇ ਫੁੱਲੀ ਵੀ ਪਾਉਂਦੇ ਆ ਹਨਾ। ਜੇ ਆਪਾਂ ਦੇਖੀਏ ਵੀ ਆਪਣਾ ਸੱਭਿਆਚਾਰ ਨੂੰ ਦੇਖ ਕੇ ਆਪਾਂ ਵੇਖ ਲਈਏ ਤਾਂ ਵੀ ਉਹ ਚੀਜ਼ਾਂ ਆਪਾਂ ਨੂੰ ਵਧੀਆ ਲੱਗਦੀਆਂ ਹਨਾ। ਪਰ ਜਿਹੜਾ ਸੱਭਿਆਚਾਰ ਆਪਣਾ ਹੈ ਨਹੀਂ, ਫਿਰ ਆਪਾਂ ਉਦਾਂ ਦੀ ਚੀਜ਼ਾਂ ਪਾਉਣੇ ਆ ਤਾਂ ਉਹ ਆਪਾਂ ਇਹ ਨਹੀਂ ਸੋਚਦੇ ਹੈਗੇ ਵੀ ਆਸ-ਪਾਸ ਦੀ ਨਿਗਾਹ ਕੀ ਆਪਾਂ ਨੂੰ ਦੇਖਣ ਵਾਲੀ ਹਨਾ। ਬਿਲਕੁਲ, ਕਿਉਂਕਿ ਆਸ-ਪਾਸ ਆਪਾਂ ਇਹ ਨਹੀਂ ਦੇਖਦੇ ਹੈਗੇ, ਆਪਾਂ ਨੂੰ ਹੁੰਦਾ ਵੀ ਆਪਣਾ ਸ਼ੌਂਕ ਹੈ ਇਹ ਆਪਾਂ ਪਾਉਣਾ ਹਨਾ। ਪਰ ਮੈਨੂੰ ਲੱਗਦਾ ਵੀ ਜਿੱਥੇ ਜਿਹੋ ਜਿਹੀ ਚੀਜ਼ ਪੈਂਦੀ ਹੋਵੇ ਉੱਥੇ ਆਪਾਂ ਉਹ ਜਿਹੀ ਚੀਜ਼ ਪਾ ਵੀ ਸਕਦੇ ਆ ਪਾਉਣੀ ਚਾਹੀਦੀ ਅਰਚ। ਜਿਵੇਂ ਕਹਿ ਦਿੰਦੇ ਹੁੰਦੇ ਖਾਣਾ ਮਨ ਪਾਉਂਦਾ ਚਾਹੀਦਾ, ਤੇ ਜਿਹੜੇ ਕੱਪੜੇ ਪਾਉਣੇ ਉਹ ਜੱਗ ਪਾਉਂਦੇ ਪਾਉਣੇ ਚਾਹੀਦੇ ਹਨਾ, ਵੀ ਜਿਹੜੇ ਜੱਗ ਨੂੰ ਵੇਖਣ ਵਾਲੇ ਨੂੰ ਵੀ ਸੋਹਣੇ ਲੱਗਣ ਵੀ ਇਹਨਾਂ ਦੇ ਐਵੇਂ ਦੇ ਕੱਪੜੇ ਪਾਏ ਵੀ ਆ। ਹਾਂ, ਕਿਉਂਕਿ ਆਪਾਂ ਇਹ ਨਹੀਂ ਨਾ ਵੇਖਦੇ ਵੀ ਜਿੱਥੇ ਆਪਾਂ ਜਾ ਰਹੇ ਆ ਹਨਾ ਉੱਥੋਂ ਦੇ ਲੋਕਾਂ ਦੀ ਨਿਗਾਹ ਕੀ ਆ, ਵੀ ਉਹ ਤੁਹਾਡੇ ਕੰਮ ਨੂੰ ਦੇਖ ਰਹੇ ਆ ਕਿ ਉਹ ਤੁਹਾਡੇ ਕੱਪੜਿਆਂ ਨੂੰ ਦੇਖ ਰਹੇ ਆ ਹਨਾ। ਤਾਂ ਵੀ ਉਹ ਚੀਜ਼ਾਂ ਵੀ ਜੇ ਤਾਂ ਆਪਣੇ ਸੱਭਿਆਚਾਰ ਦੇ ਵਿੱਚ ਉਹ ਚੀਜ਼ਾਂ ਅਲਾਉਡ ਹੈਗੀਆਂ ਤਾਂ ਜ਼ਰੂਰ ਤੁਸੀਂ ਪਾਓ ਹਨਾ। ਪਰ ਜੇ ਉਹ ਚੀਜ਼ਾਂ ਅਲਾਉਡ ਨਹੀਂ ਹੈਗੀਆਂ ਤਾਂ ਮੈਨੂੰ ਲੱਗਦਾ ਨਹੀਂ ਕਰਨੀਆਂ ਚਾਹੀਦੀਆਂ। ਇੱਕ ਹੋਰ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਨਾ ਇੱਕ ਲੇਡੀ ਆਪਾਂ ਦੇਖ ਲਈ ਵੀ 14-15 ਸਾਲ ਦੀ ਇੱਕ ਕੁੜੀ ਹੋ ਜੀ ਹਨਾ, ਤਾਂ ਉਹਨੂੰ ਇਹ ਚੀਜ਼ਾਂ ਬਹੁਤ ਫੇਸ ਕਰਨੀਆਂ ਪੈਂਦੀਆਂ ਵੀ ਤੂੰ ਬਹੁਤ ਮੋਟੀ ਆ, ਤੂੰ ਤੇਰਾ ਰੰਗ ਬਹੁਤ ਪੱਕਾ ਹਨਾ, ਜਾਂ ਤੂੰ ਮਧਰੀ ਰਹਿ ਗਈ। ਇਹ ਚੀਜ਼ਾਂ ਬਹੁਤ ਫੇਸ ਕਰਨੀ ਪੈਂਦੀ ਬਹੁਤ ਜ਼ਿਆਦਾ ਕਹਿ ਦਿੰਦੇ ਜੀ। ਮੈਨੂੰ ਲੱਗਦਾ ਵੀ ਸੋਹਣਾ ਹੋਣਾ ਉਹ ਨਹੀਂ ਹੁੰਦਾ ਜਿਹਦੀ ਸੀਰਤ ਸੋਹਣਾ ਹੋਣਾ ਉਹ ਨਹੀਂ ਹੁੰਦਾ ਜਿਹਦੀ ਸੂਰਤ ਸੋਹਣੀ ਹੋਵੇ ਨਾ। ਮੈਨੂੰ ਲੱਗਦਾ ਉਹ ਬੰਦਾ ਆਪਦੇ ਕੰਮ ਨਾਲ ਸੋਹਣਾ ਹੁੰਦਾ। ਵੇਖੋ ਦੇ ਅੰਦਰਲੇ ਜਿਹੜੇ ਗੁਣ ਅਰਚ ਉਹ ਸੋਹਣੇ ਹੋਣ ਹਨਾ, ਉਹ ਵੇਖਣ ਵਾਲੇ ਨੂੰ ਦਿਸਣ ਵੀ ਇਹਨੇ ਆਹ ਕੰਮ ਆਏ ਕੀਤਾ ਹਨਾ। ਸ਼ਕਲ ਸੋਹਣੀ ਤਾਂ ਜ਼ਰੂਰੀ ਨਹੀਂ ਵੀ ਸ਼ਕਲੀ ਹੋਣੀ ਚਾਹੀਦੀ। ਹਾਂ, ਸ਼ਕਲ ਤਾਂ ਮੈਨੂੰ ਲੱਗਦਾ ਭੈਣੇ ਸਰੀਰ ਤਾਂ ਇੱਕ ਮਿੱਟੀ ਦੀ ਢੇਰੀ ਆ, ਇੱਕ ਨਾ ਇੱਕ ਦਿਨ ਉਹਨੇ ਮਿੱਟੀ ਹੋ ਜਾਣਾ ਹਨਾ। ਪਰ ਜਿਹੜੇ ਆਪਣੇ ਕੀਤੇ ਕੰਮ ਆ ਦੁਨੀਆ ਨੇ ਉਹ ਯਾਦ ਰੱਖਣੇ ਆ ਵੀ ਹਾਂ ਉਹ ਬੰਦਾ ਇਸ ਟਾਈਮ ਤੇ ਉਹਨੇ ਆਹ ਕੰਮ ਕੀਤਾ ਸੀ ਹਨਾ। ਵੇਖੋ ਅਰਚ ਕਈ ਵੇਖਾਂ ਵੀ ਸ਼ਕਲ ਦੇ ਨਹੀਂ ਸੋਹਣੇ ਹੁੰਦੇ ਤੁਹਾਡੇ ਵਾਲੀ ਗੱਲ, ਤੇ ਉਹ ਦੁਨੀਆ ਤੇ ਆਉਂਦੇ ਤੇ ਇੰਨੇ ਸੋਹਣੇ ਕੰਮ ਕਰਦੇ, ਇੰਨੇ ਵਧੀਆ ਕਰਦੇ ਹਨਾ। ਉਹਨਾਂ ਦੇ ਮਰਨ ਦੇ ਮਗਰੋਂ ਵੀ ਅਗਲਾ ਯਾਦ ਕਰਦਾ ਵੀ ਫਲਾਨਾ ਆਇਆ ਸੀ ਉਹਨੇ ਆਹ ਕੰਮ ਇਸ ਟਾਈਮ ਤੇ ਐਂ ਕੀਤਾ ਸੀ ਹਨਾ, ਤੇ ਉਹਨਾਂ ਦੇ ਬਾਅਦ ਚ ਵੀ ਉਹ ਕੰਮ ਬੋਲਦੇ ਆ ਫਿਰ ਜੀ। ਵੇਖੋ ਔਰਤ ਹੈ ਇੱਕ ਅਰਚ ਹਨਾ, ਤੇ ਉਹਦੇ ਚ ਸਬਰ ਵੀ ਬਹੁਤ ਜ਼ਿਆਦਾ ਹੁੰਦਾ ਹਨਾ। ਉਹਦਾ ਹਾਜ਼ਮਾ ਹੁੰਦਾ ਜਿਹੜਾ ਬਹੁਤ ਤਕੜਾ ਹੁੰਦਾ ਹੈ, ਤੇ ਮੈਨੂੰ ਲੱਗਦਾ ਮਰਦ ਦਾ ਹਾਜ਼ਮਾ ਇੰਨਾ ਤਕੜਾ ਨਹੀਂ ਜ਼ਿਆਦਾ ਹੁੰਦਾ ਹਨਾ। ਔਰਤ ਘਰੇ ਸਬਜ਼ੀ ਪਾਣੀ ਬਣਾਉਂਦੀ, ਰੋਟੀ ਟੁੱਕ ਬਣਾਉਂਦੀ, ਕਿੰਨੀ ਰੀਝ ਨਾਲ ਬਣਾਉਂਦੀ ਹਨਾ। ਫਿਰ ਉਹਨੂੰ ਆਏ ਹੁੰਦਾ ਵੀ ਹੁਣ ਮੈਂ ਬੜੀ ਖੁਸ਼ੀ ਬਣਾਇਆ ਤੇ ਬੜਾ ਅਗਲੇ ਨੂੰ ਪਸੰਦ ਆਵੇ ਹਨਾ। ਤੇ ਉਹਨੂੰ ਆਏ ਹੁੰਦਾ ਵੀ ਕੋਈ ਨਾ ਕੋਈ ਇਹਦੀ ਤਾਰੀਫ ਜ਼ਰੂਰ ਕਰੇ ਹਨਾ। ਜਦੋਂ ਕੋਈ ਤਾਰੀਫ ਨਹੀਂ ਕਰਦਾ ਫਿਰ ਅੰਦਰ ਵੇਖੋ ਉਹਦਾ ਕਿੱਡਾ ਮਨ ਦੁਖੀ ਹੋ ਜਾਂਦਾ ਹਨਾ। ਜਾਂ ਹੁਣ ਜਿਵੇਂ ਸਿਆਲ ਆਉਂਦੇ ਜਾਂਦੇ ਤੇ ਸਿਆਲ 'ਚ ਵੇਖੋ ਖੋਆ ਕੱਢਣਾ ਕਿੰਨਾ ਆਪਣੇ ਲਈ ਔਖਾ ਹਨਾ, ਵੀ ਸਾਰਾ ਦਿਨ ਮੈਨੂੰ ਲੱਗਦਾ ਖੋਏ ਤੇ ਲੱਗ ਜਾਂਦਾ ਹਨਾ।
ਵੀ ਉਹ ਸਾਰਾ ਦਿਨ ਲੱਗਦੀ ਹੈ। ਪਹਿਲਾਂ ਤਾਂ ਆਪਦਾ ਜਿਹੜਾ ਘਰ ਦਾ ਕੰਮ ਹੁੰਦਾ ਉਹ ਵੀ ਮੈਨੂੰ ਲੱਗਦਾ ਔਰਤ ਨੂੰ ਆਈ ਨਹੀਂ ਵੀ ਉਸ ਦਿਨ ਛੱਡ ਦਿੰਦੀ ਹੁੰਦੀ, ਉਹ ਵੀ ਉਹਨੇ ਜਿਹੜਾ ਕਰਨਾ ਤੇ ਉਹ ਵੀ ਆਪਦੀ ਜ਼ਿੰਮੇਵਾਰੀ ਪੂਰੀ ਨਿਭਾਉਣੀ ਹੈ ਹਨਾ। ਫਿਰ ਉਹਨੇ ਆਪਦਾ ਖੋਆ ਕੱਢਣਾ, ਖੋਏ ਤੇ ਸਾਰਾ ਟਾਈਮ ਲੱਗ ਜਾਂਦਾ ਕਿੰਨਾ। ਸ਼ਾਮ ਨੂੰ ਖੋਆ ਕੱਢਦੀ, ਜਦੋਂ ਕੱਢ ਕੇ ਆਪਦੇ ਪਰਿਵਾਰ ਨੂੰ ਫੜਾਉਂਦੀ ਹੈ ਨਾ, ਜੇ ਤਾਂ ਸਾਰੇ ਖੁਸ਼ੀ ਖੋ ਕੇ ਖਾ ਲੈਣ ਖੁਸ਼ ਹੋ ਕੇ ਹਨਾ, ਸਾਰੇ ਐਂ ਵੀ ਕਹਿ ਦੇਣ ਬਹੁਤ ਵਧੀਆ, ਪਰ ਕਿਸੇ ਨੂੰ ਆਦਤ ਹੁੰਦੀ ਕਹਿ ਦਿੰਦੇ ਨਹੀਂ ਇਹਦੇ ਚ ਤੇ ਮਿੱਠਾ ਥੋੜਾ ਜਿਹਾ ਜ਼ਿਆਦਾ ਰਹਿ ਗਿਆ ਹਨਾ, ਜਾਂ ਇਹਦੇ ਚ ਹਜੇ ਦੁੱਧ ਤੁਸੀਂ ਜਲਦੀ ਲਾ ਲਿਆ ਹਨਾ। ਉਹ ਪਰ ਬੋਲ ਕੇ ਨਹੀਂ ਦੱਸਦੀ, ਪਰ ਉਹਨੂੰ ਅੰਦਰੋਂ ਪਤਾ ਕਿੰਨਾ ਦਿਲ ਟੁੱਟ ਜਾਂਦਾ ਵੀ ਮੈਂ ਸਾਰਾ ਦਿਨ ਲਾਤਾ ਹਨਾ ਵੀ ਇਸੇ ਕੰਮ ਕਰਨ ਤੇ ਇਹਨਾਂ ਦੇ ਹਜੇ ਵੀ ਨਹੀਂ ਪਸੰਦ ਆਇਆ, ਇਹਨਾਂ ਨੇ ਤਾਂ ਟੋਕ ਟਕਾਈ ਕਰਨੀ ਹੈ। ਤੁਸੀਂ ਇਹ ਦੇਖੋ ਭੈਣੇ, ਔਰਤ ਨੂੰ ਤਾਂ ਮੈਨੂੰ ਲੱਗਦਾ ਨਾ ਇੱਕ ਪਿਆਰ ਦੀ ਭੁੱਖ ਹੁੰਦੀ ਹੈ ਹਨਾ, ਜਿੰਨਾ ਆਪਾਂ ਦੇ ਲਾਂਗੇ ਉਹ ਮੈਨੂੰ ਲੱਗਦਾ ਆਪਾਂ ਨੂੰ ਦੁੱਗਣਾ ਕਰਕੇ ਮੋੜਦੀ ਹੈ, ਬਹੁਤ ਮੋੜਦੀ ਹੈ ਹਨਾ। ਤੁਸੀਂ ਫੂਡ ਦੀ ਗੱਲ ਕੀਤੀ, ਵੇਖੋ ਹਰ ਚ ਖੁਸ਼ ਵੀ ਫਿਰ ਥੋੜੇ ਜਿਹੇ ਨਾਲ ਹੀ ਹੋ ਜਾਂਦੀ ਮੈਨੂੰ ਲੱਗਦਾ ਜੀ। ਤੁਸੀਂ ਇੱਕ ਫੂਡ ਦੀ ਗੱਲ ਕੀਤੀ ਹਨਾ, ਤਾਂ ਮੈਂ ਨਾ ਇੱਕ ਵੀਡੀਓ ਦੇਖਿਆ ਤੇ ਉਹਨਾਂ ਨੇ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਹਨਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਨਾ, ਕਹਿੰਦੇ ਕਿ ਵੀ ਸਾਡੀ ਬੇਟੀ ਹਨਾ ਵੀ ਬਹੁਤ ਵਧੀਆ ਚਾਹ ਬਣਾ ਲੈਂਦੀ ਆ ਹਨਾ, ਤੇ ਜਦੋਂ ਉਹਦਾ ਰਿਸ਼ਤਾ ਹੋਇਆ ਤੇ ਉਹਦੇ ਵੀ ਜਿਹੜੇ ਸਹੁਰੇ ਸੀ ਉਹ ਆਂਦੇ ਵੀ ਅਸੀਂ ਤਾਂ ਵੀ ਇਹਦੇ ਹੱਥ ਦੀ ਚਾਹ ਪੀਣੀ ਆ ਨਾ, ਵੀ ਚਾਹ ਦੀਆਂ ਬੜੀਆਂ ਤਾਰੀਫਾਂ ਹੁੰਦੀਆਂ ਵੀ ਬੜੀ ਸਵਾਦ ਬਣਾਉਂਦੇ ਆ। ਉਹ ਉਹਨੇ ਗਾਂ ਜਿਹੜੇ ਚਾਹ ਬਣਾਉਂਦੇ ਸੀਗੇ ਉਹਨਾਂ ਦੀ ਜਿਹੜੀ ਚੀਨੀ ਸੀਗੀ ਉਹ ਪੀਸੀ ਵੀ ਯੂਜ਼ ਕਰਦੇ ਸੀ ਹਨਾ। ਤੇ ਜਦੋਂ ਉਹਨੇ ਉੱਥੇ ਜਾ ਕੇ ਚਾਹ ਬਣਾਈ, ਪਹਿਲਾਂ ਤਾਂ ਜਦੋਂ ਪਹਿਲੀ ਰਸੋਈ ਹੋਵੇ ਹਨਾ, ਬੰਦਾ ਉਹੀ ਨਰਵਸ ਹੋ ਜਾਂਦਾ, ਆਪਾਂ ਨੂੰ ਪਤਾ ਨਹੀਂ ਲੱਗਦਾ ਅਰਚ ਜੀ। ਤੇ ਜਦੋਂ ਉਹਨਾਂ ਦੇ ਘਰੇ ਉਹਨਾਂ ਨੇ ਚਾਹ ਬਣਾਈ ਨਾ, ਤੇ ਉਹਨਾਂ ਨੂੰ ਲੱਗਿਆ ਵੀ ਪੀਸੀ ਵੀ ਚੀਨੀ ਆ ਹਨਾ, ਤੇ ਉਹਨਾਂ ਨੇ ਚੱਕ ਕੇ ਨਮਕ ਪਾਤਾ ਚਾਹ ਦੇ ਵਿੱਚ ਹਨਾ। ਤੇ ਉਹਨਾਂ ਦੇ ਜਦੋਂ ਉਹਨੇ ਸਾਰਿਆਂ ਨੂੰ ਸਰਵ ਕੀਤੀ ਤੇ ਉਹਨਾਂ ਨੇ ਪੀ ਲਈ ਚਾਹ ਹਨਾ, ਤੇ ਉਹਦੇ ਸਹੁਰੇ ਨੇ ਉਹਨਾਂ ਨੂੰ ਕਿਹਾ ਵੀ ਚਾਹ ਬੜੀ ਸਵਾਦ ਬਣੀ ਹੈ ਨਾ, ਤੇ ਨਹੀਂ ਗੱਲ ਚੱਕਣੀ ਹੁੰਦੀ ਤਾਂ ਉੱਥੋਂ ਹੀ ਚੱਕ ਸਕਦੀ ਸੀ ਨਾ, ਵੀ ਤੁਸੀਂ ਤਾਂ ਬੜੀਆਂ ਤਾਰੀਫਾਂ ਕਰਦੇ ਸੀਗੇ ਹਨਾ, ਵੀ ਇਹਦੇ ਵਿੱਚ ਤਾਂ ਨਮਕ ਆ, ਨਮਕ ਪਾਤਾ ਹਾਂ, ਵੀ ਇਹਨਾਂ ਨੂੰ ਖੰਡ ਤੇ ਚਾਹ ਦਾ ਨਹੀਂ ਪਤਾ ਲੱਗਦਾ ਜੀ। ਤੇ ਉਹ ਕੁੜੀ ਦੇ ਫਾਦਰ ਸਾਹਿਬ ਨੇ ਖੁਦ ਕਿਹਾ ਜਾ ਕੇ, ਉਹ ਆਂਦੇ ਵੀ ਇਹਦੇ ਵਿੱਚ ਨਮਕ ਜ਼ਿਆਦਾ ਪੈ ਗਿਆ ਲੱਗਦਾ ਹਨਾ। ਫਿਰ ਉਹਨਾਂ ਨੇ ਜਦੋਂ ਦੇਖਿਆ ਉਹ ਆਂਦੇ ਵੀ ਨਮਕ ਜ਼ਿਆਦਾ ਨਹੀਂ ਪਿਆ, ਕਹਿੰਦੇ ਕਿ ਨਮਕ ਹੀ ਪਾਇਆ, ਚੀਨੀ ਦੇ ਥਾਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਹਨਾ ਚੀਨੀ ਪਾਉਣੀ ਸੀਗੀ। ਤਾਂ ਭੈਣੀ ਇਦਾਂ ਦੀਆਂ ਫੈਮਿਲੀਜ਼ ਵੀ ਹੁੰਦੀਆਂ ਹਨ ਜਿਹੜੀਆਂ ਕਿਸੇ ਵੀ ਗੱਲ ਨੂੰ ਛੁਪਾ ਲੈਂਦੇ ਹਨਾ, ਤੇ ਜਿੰਨੀ ਵਧਾਉਣੀ ਹੁੰਦੀ ਗੱਲ ਉਹਨਾਂ ਨੇ ਚਾਹ ਤੋਂ ਹੀ ਵਧਾ ਲੈਣੀ ਸੀ ਹਨਾ। ਤੇ ਤੁਸੀਂ ਜਿਵੇਂ ਤੁਸੀਂ ਕਿਹਾ ਸੀਗਾ ਵੀ ਇਦਾਂ ਦੀਆਂ ਫੈਮਿਲੀਜ਼ ਵੀ ਹੁੰਦੀਆਂ ਜਿਹੜੀਆਂ ਮਾੜੀ ਜੀ ਗੱਲ ਤੇ ਵੀ ਇੱਕ ਉਹਨਾਂ ਦੇ ਲੜਕੀ ਦੇ ਪੇਕਿਆਂ ਨੂੰ ਗਾਲਾਂ ਦਿੱਤੀਆਂ ਜਾਂਦੀਆਂ ਹਨਾ। ਤਾਂ ਵੀ ਇੰਨਾ ਕੁ ਥੋੜਾ ਜਿਹਾ ਆਪਾਂ ਨੂੰ ਫਰਕ ਹੁੰਦਾ ਕਿ ਇੱਕ ਜਿਹੜੀ ਤੁਸੀਂ ਇਹ ਦੇਖੋ ਵੀ ਲੜਕੀ ਦੀ ਸੱਸ ਆ, ਉਹ ਵੀ ਕਿਸੇ ਘਰ ਦੀ ਧੀ ਆ ਹਨਾ, ਇਹ ਵੀ ਕਿਸੇ ਘਰ ਦੀ ਧੀ ਆ। ਗਲਤੀਆਂ ਸਭ ਤੋਂ ਹੁੰਦੀਆਂ ਹਨਾ, ਜੇ ਆਪਾਂ ਕੰਮ ਕਰਦੇ ਤਾਂ ਗਲਤੀ ਹਮੇਸ਼ਾ ਹੁੰਦੀ ਹੀ ਹੁੰਦੀ ਆ, ਕੰਮ ਕਰਦਿਆਂ ਤਾਂ ਹੁੰਦੀ ਯਾਰ ਜੀ। ਤਾਂ ਤੁਸੀਂ ਇਹ ਦੇਖੋ ਜਦੋਂ ਇੱਕ ਔਰਤ ਨੂੰ ਆਪਾਂ ਕੀ ਥੋੜੀ ਜਿਹੀ ਪ੍ਰਸ਼ੰਸਾ ਕਰਦੀ ਹੈ, ਥੋੜੀ ਜਿਹੀ ਤਾਰੀਫ ਕਰਦੀ ਹੈ ਨਾ, ਉਹ ਉਨੀ ਕੁ ਨਾਲ ਹੀ ਵਿਰ ਜਾਂਦੀ ਆ ਹਨਾ। ਇਹ ਗੱਲ ਵੀ ਸੋਚਣ ਵਾਲੀ ਹੈ, ਜੇ ਆਪਾਂ ਉਹਨੂੰ ਪਾਣੀ ਦਾ ਗਲਾਸ ਵੀ ਫੜਾ ਦਈਏ ਨਾ ਕਿਸੇ ਟਾਈਮ ਤੇ, ਜੇ ਉਹ ਰੁੱਸੀ ਵੀ ਉਹਨੂੰ ਪਾਣੀ ਦਾ ਗਲਾਸ ਫੜਾਏ ਤਾਂ ਉਹਨੂੰ ਪਾਣੀ ਦਾ ਗਲਾਸ ਵੀ ਦੁੱਧ ਵਰਗਾ ਲੱਗਦਾ ਹਨਾ। ਇਹ ਚੀਜ਼ ਵੀ ਸੋਚਣ ਵਾਲੀ ਆ। ਤੇ ਪਰ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਹੈਗੇ, ਆਪਾਂ ਉਹਨੂੰ ਹਮੇਸ਼ਾ ਇੱਕ ਟੋਕਨ ਤੇ ਜਾਂ ਇੱਕ ਔਰਤ ਦੀ ਜ਼ਿੰਦਗੀ ਨੂੰ ਸਮਝਦੇ ਨਹੀਂ ਹੈਗੇ ਮੈਨੂੰ ਲੱਗਦਾ ਹਨਾ। ਇੱਕ ਸਿਰਫ ਆਪਾਂ ਉਹਨੂੰ ਪਰਖਦੇ ਆ, ਹਰ ਗੱਲ ਤੇ ਉਹਨੂੰ ਪਰਖਿਆ ਜਾਂਦਾ, ਸਮਝਿਆ ਨਹੀਂ ਜਾਂਦਾ। ਆਪਾਂ ਵੇਖਣ ਲੱਗ ਜਾਂਦੇ ਯਾਰ ਚ ਤੁਹਾਡੇ ਵਾਲੀ ਗੱਲ ਪਰਖਣ ਲੱਗ ਜਾਂਦੇ, ਆਪਾਂ ਨੂੰ ਇਹ ਹੁੰਦਾ ਵੀ ਇਹ ਕੰਮ ਕਰਦੇ ਤੇ ਕਿਵੇਂ ਕਰਦੀ ਹੈ ਹਨਾ, ਆਪਾਂ ਵੇਖੀਏ ਹਨਾ। ਤੇ ਮੈਨੂੰ ਲੱਗਦਾ ਜੇ ਆਪਾਂ ਥੋੜਾ ਬਹੁਤਾ ਹੱਥ ਵਟਾ ਦਈਏ ਉਹਦੇ ਨਾਲ, ਕੰਮ ਦੇ ਨਾਲ ਵੀ ਵਟਾ ਦਈਏ ਜਾਂ ਹੋਰ ਵੀ ਟੋਕ ਟਕਾਈ ਘੱਟ ਕਰਦੀ ਤੇ ਇਹਦੇ ਨਾਲ ਹੀ ਔਰਤ ਨੂੰ ਸੌਖਾ ਹੋ ਜਾਂਦਾ ਹਨਾ। ਵੇਖੋ ਹੁਣ ਆਪਣੀ ਧੀ ਹੁੰਦੀ ਯਾਰ ਚ, ਆਪਾਂ ਧੀ ਨੂੰ ਆਪਦੀ ਨੂੰ ਪੜਾਉਣੇ ਲਿਖਾਉਣੇ, ਆਪਣੇ ਮਾਪਿਆਂ ਨੂੰ ਵੀ ਆਪਾਂ ਨੂੰ ਪੜਾਇਆ ਲਿਖਾਇਆ ਹਨਾ, ਵੀ ਜਦੋਂ ਨੂੰ ਆਪਾਂ ਕੰਮ ਕਰਨ ਜੋਗੇ ਹੁੰਨੇ, ਆਪਦਾ ਆਪ ਕਮਾਉਣ ਜੋਗੇ ਹੁੰਨੇ। ਕਈ ਔਰਤਾਂ ਤਾਂ ਹੀ ਹੁੰਦੀਆਂ ਵੀ ਹੁਣ ਪੜ੍ਹ ਲਿਖ ਕੇ ਕੁੜੀਆਂ ਨੌਕਰੀ ਤੇ ਵੀ ਲੱਗ ਜਾਂਦੀਆਂ ਪੇਕੇ ਘਰ ਹਨਾ, ਵੀ ਜਦੋਂ ਨੂੰ ਪੈਸਾ ਕਮਾਉਣ ਲੱਗਦੀ ਉਦੋਂ ਨੂੰ ਆਪਾਂ ਕੁੜੀਆਂ ਦਾ ਵਿਆਹ ਕਰ ਦਿੰਨੇ ਹਨਾ। ਨਾਲੇ ਤਾਂ ਆਪਾਂ ਜਦੋਂ ਵਿਆਹ ਕਰਦੇ ਉਹਦਾ ਲੱਖਾਂ ਦਾ ਸਮਾਨ ਦਿੰਨੇ ਉਹਨੂੰ ਹਨਾ, ਵੀ ਉਹਦੇ ਵਰਤਣ ਲਈ ਹਰ ਇੱਕ ਚੀਜ਼ ਆਪਣੀ ਧੀ ਦੇ ਦਿੰਨੇ। ਆਪਾਂ ਨੂੰ ਇਹ ਹੁੰਦਾ ਕੋਈ ਚੀਜ਼ ਗਾਂ ਜਾ ਕੇ ਧੀ ਨੂੰ ਸਾਡੀ ਨੂੰ ਮੰਗਣੀ ਨਾ ਪੈ ਜਾਏ ਹਨਾ। ਨਾਲੇ ਆਪਾਂ ਧੀ ਆਪਦੀ ਪੜਾ ਲਿਖਾ ਕੇ ਉਸ ਘਰੇ ਦਿੰਨੇ, ਉਹਨਾਂ ਨੂੰ ਦਿੰਨੇ ਹਨਾ। ਤੇ ਫੇਰ ਵੀ ਮੈਨੂੰ ਲੱਗਦਾ ਜੇ ਕੋਈ ਮਾੜੀ ਜੀ ਗਲਤੀ ਹੋ ਜਾਏ ਤੇ ਫੇਰ ਵੀ ਅਗਲਾ ਟੋਕਦਾ ਵੀ ਉਹ ਸੋਚੋ ਤੁਸੀਂ ਵੀ ਤੁਹਾਡੇ ਘਰੇ ਧੀ ਆਈ ਹੈ, ਪੜ੍ਹੀ ਲਿਖੀ ਆਈ, ਨੌਕਰੀ ਤੇ ਲੱਗੀ ਆਈ ਹੈ ਹਨਾ, ਵੀ ਜੇ ਕੋਈ ਮਾੜੀ ਮੋਟੀ 19-21 ਹੋ ਵੀ ਜਾਊਗੀ ਤਾਂ ਮਾੜਾ ਜਿਹਾ ਸਬਰ ਆਪਾਂ ਨੂੰ ਰੱਖਣਾ ਵੀ ਚਾਹੀਦਾ ਹਨਾ। ਤੇ ਮੈਨੂੰ ਲੱਗਦਾ ਜਿਹੜਾ ਇੱਕ ਵਾਰ ਦਾ ਸਬਰ ਹੁੰਦਾ ਤੇ ਆਪਾਂ ਨੂੰ ਬਹੁਤ ਅੱਗੇ ਤਾਰ ਦਿੰਦਾ ਹਨਾ। ਵੀ ਜਿਵੇਂ ਤੁਸੀਂ ਚਾਹ ਦੇ ਵਿੱਚ ਕਿਹਾ, ਉਹਨਾਂ ਨੇ ਵੀ ਚਾਹ ਕੀਤੀ ਤੇ ਉਹਨਾਂ ਨੇ ਨਮਕ ਪਾਤਾ ਸੀ ਹਨਾ, ਜੇ ਉਹਦੇ ਸਹੁਰੇ ਦੇ ਵਿੱਚ ਹਾਜ਼ਮਾ ਸੀ, ਚੰਗਾ ਸੀ ਹਨਾ, ਤਾਂ ਹੀ ਉਹ ਚੁੱਪ ਕਰਕੇ ਮੈਨੂੰ ਲੱਗਦਾ ਗੱਲ ਲੁਕੋ ਲਈ ਉਹਨਾਂ ਨੇ ਹਨਾ। ਤੇ ਜੇ ਕੋਈ ਹੋਰ ਹੁੰਦਾ ਤੇ ਉਹਦੀ ਕਹਿ ਦਿੰਦੇ ਮਿੱਠੇ ਦੇ ਥਾਂ ਤੁਸੀਂ ਨਮਕ ਪਾਇਆ। ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਭੈਣੇ, ਏਦਾਂ ਵੀ ਮੈਂ ਫੈਮਿਲੀ ਦੇਖੀ ਆ। ਇੱਕ ਨਾ ਲੜਕੀ ਸੀਗੀ ਤੇ ਉਹ ਆਪਦੀ ਹੱਡ ਬੀਤੀ ਸੁਣਾਉਂਦੀ ਸੀ ਹਨਾ। ਉਹ ਆਂਦੀ ਵੀ ਮੇਰੀ ਮੈਰਿਜ ਹੋਈ, ਕਹਿੰਦੀ ਮੈਂ ਆਪਦਾ ਸਾਰਾ ਸਮਾਨ ਮਤਲਬ ਜਿੰਨਾ ਕੁ ਆਪਾਂ ਘਰੇ ਵਰਤਦੇ ਹਨਾ ਉਨਾ ਕੁ ਕਹਿੰਦੀ ਸਭ ਸਮਾਨ ਲੈ ਕੇ ਗਈ ਵੀ ਮੈਨੂੰ ਮੰਗਣਾ ਨਾ ਪਵੇ ਹਨਾ, ਮੈਂ ਆਪਦਾ ਵਰਤਾਂ। ਤੇ ਇੱਕ ਇਹ ਵੀ ਗੱਲ ਸੀ, ਉਹ ਆਂਦੀ ਮੈਂ ਵੀ ਪੋਸਟ ਗ੍ਰੈਜੂਏਸ਼ਨ ਸੀਗੀ ਤੇ ਮੇਰੇ ਹਸਬੈਂਡ ਦੀ ਵੀ ਕਹਿੰਦੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀਗੀ। ਤੇ ਕਹਿੰਦੀ ਫਰਕ ਇਸ ਚੀਜ਼ ਦਾ ਸੀਗਾ ਵੀ ਮੈਂ ਪੜ੍ਹੀ ਲਿਖੀ ਸੀ ਤੇ ਮੇਰਾ ਘਰ ਵਾਲਾ ਪੜ੍ਹਿਆ ਹੋਣ ਦੇ ਬਾਵਜੂਦ ਵੀ ਅਨਪੜ੍ਹ ਸੀਗਾ। ਬਿਲਕੁਲ ਆਪਾਂ ਕਈਆਂ ਨੂੰ ਕਹਿ ਦਿੰਨੇ ਹਨਾ, ਜੇ ਕਿਸੇ ਨੂੰ ਗੱਲ ਦਾ ਨਾ ਪਤਾ ਲੱਗਿਆ ਆਪਾਂ ਕਹਿ ਦਿੰਦੇ ਤੁਸੀਂ ਤਾਂ ਪੜ੍ਹ ਲਿਖ ਕੇ ਵੀ ਅਨਪੜ੍ਹ ਵਰਗੇ ਹੋਏ ਪਏ ਹਨਾ, ਤੁਹਾਨੂੰ ਹਜੇ ਗੱਲ ਦੀ ਸਮਝ ਨਹੀਂ ਆਈ
ਜੀ। ਕਿਉਂਕਿ ਆਪਾਂ ਨੂੰ ਜਦੋਂ ਆਪਾਂ ਚੀਜ਼ ਬਾਰੇ ਸਮਝਦੇ ਨਹੀਂ ਹੈਗੇ ਹਨਾ, ਉਸ ਜਗ੍ਹਾ ਤੇ ਮੈਨੂੰ ਲੱਗਦਾ ਆਪਾਂ ਨੂੰ ਇਹ ਟੌਂਟ ਮਾਰਿਆ ਜਾਂਦਾ। ਕਿਉਂ ਮਾਰਿਆ ਜਾਂਦਾ? ਹੁਣ ਤੁਸੀਂ ਦੇਖੋ, ਉਹ ਕੁੜੀ ਆਂਦੀ ਵੀ ਮੈਂ ਆਪਦਾ ਸਾਰਾ ਸਮਾਨ ਉੱਥੋਂ ਲੈ ਕੇ ਆਈ ਸੀ ਪੇਕਿਆਂ ਤੋਂ ਹਨਾ, ਜਦ ਕਿ ਆਪਾਂ ਆਪਦੇ ਘਰੇ ਇੱਕ ਧੀ ਲੈ ਕੇ ਆਏ ਆ ਹਨਾ ਕਿਸੇ ਦੀ, ਤਾਂ ਉਹਨੂੰ ਆਪਾਂ ਆਪਦੀ ਧੀ ਬਣਾ ਕੇ ਚੱਲਾਂਗੇ ਤਾਂ ਉਹਦਾ ਵੀ ਹੱਕ ਆ ਹਰ ਇੱਕ ਚੀਜ਼ ਤੇ ਹਨਾ ਹੈਗਾ। ਫਿਰ ਵੀ ਉਹ ਕੁੜੀ ਕਹਿੰਦੀ ਵੀ ਮੈਂ ਆਪਦਾ ਸਭ ਕੁਝ ਲੈ ਕੇ ਆਈ, ਤੇ ਕਹਿੰਦੀ ਮੇਰੇ ਸਹੁਰਿਆਂ ਦੀ ਇਹ ਮੰਗ ਹੁੰਦੀ ਸੀ ਵੀ ਤੂੰ ਜਿੰਨਾ ਅਸੀਂ ਦਾਜ ਮੰਗਿਆ ਤੂੰ ਉਹ ਕਿਉਂ ਨਹੀਂ ਲੈ ਕੇ ਆਈ ਹਨਾ। ਤਾਂ ਫਿਰ ਉਹ ਕਹਿੰਦੀ ਵੀ ਮੈਂ ਹੀ ਸੋਚਦੀ ਹੁੰਦੀ ਸੀ ਵੀ ਮੇਰਾ ਘਰ ਵਾਲਾ ਪੜ੍ਹਿਆ ਹੋਣ ਦੇ ਬਾਵਜੂਦ ਵੀ ਅਨਪੜ੍ਹ ਹੀ ਰਹਿ ਗਿਆ, ਤੇ ਉਹ ਆਂਦੀ ਮੈਨੂੰ ਲੱਗਿਆ ਵੀ ਜਿਹੜਾ ਬੰਦਾ ਇੰਨਾ ਪੜ੍ਹ ਕੇ ਵੀ ਨਹੀਂ ਕੁਝ ਸੋਚਦਾ ਹੈਗਾ ਹਨਾ, ਤੇ ਉਹਦੇ ਨਾਲ ਲਾਈਫ ਕੱਟਣੀ ਕਿੰਨੀ ਔਖੀ ਆ। ਤਾਂ ਉਸ ਜਗ੍ਹਾ ਤੇ ਉਹ ਆਂਦੀ ਵੀ ਮੈਂ ਉਹ ਤੋਂ ਪਾਸੇ ਹੋ ਗਈ ਸੀ ਹਨਾ। ਪਰ ਉੱਥੇ ਵੀ ਉਸ ਜਗ੍ਹਾ ਦੇ ਉੱਤੇ ਵੀ ਇੱਕ ਔਰਤ ਨੂੰ ਮੈਨੂੰ ਲੱਗਦਾ ਨਿੰਦਿਆ ਜਾਂਦਾ, ਉਹਦੇ 'ਚ ਕਮੀਆਂ ਕੱਢੀਆਂ ਜਾਂਦੀਆਂ ਹਨਾ, ਵੀ ਉਹਨੇ ਆਏ ਨਹੀਂ ਕੀਤਾ, ਜਾਂ ਉਹ ਚੰਗੀ ਹੁੰਦੀ ਤਾਂ ਉਹ ਪਰਿਵਾਰ ਨਾਲ ਵਰਤ ਲੈਂਦੀ। ਪਰ ਉੱਥੇ ਮੈਨੂੰ ਲੱਗਦਾ ਆਪਾਂ ਉਹਨੂੰ ਸਮਝਿਆ ਨਹੀਂ ਹਨਾ, ਵੀ ਉਹਦੀ ਕੀ ਦਿੱਕਤ ਆ, ਉਹਨੇ ਕਿਉਂ ਨਹੀਂ ਆਪਣੇ ਨਾਲ ਵਰਤਿਆ ਹੈਗਾ, ਕਿਉਂ ਉਹ ਆਪਣੀ ਤੋਂ ਪਾਸੇ ਹੋਈ ਹਨਾ। ਇਹ ਚੀਜ਼ਾਂ ਬਾਰੇ ਆਪਾਂ ਸਮਝਦੇ ਨਹੀਂ, ਸਿਰਫ ਆਪਾਂ ਗੱਲ ਨੂੰ ਕਿਸੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਆਪਾਂ ਨੂੰ ਐ ਹੁੰਦਾ ਵੀ ਤੁਹਾਡੇ ਵਾਲੀ ਗੱਲ ਅਰਚ ਵੀ ਜੇ ਉਹ ਨਿਭ ਕੇ ਰਹਿੰਦੇ, ਪਿਆਰ ਨਾਲ ਰਹਿੰਦੇ, ਪੜ੍ਹੀ ਲਿਖੀ ਔਰਤ ਸੀ ਹਨਾ, ਅਨਪੜ੍ਹ ਨਾਲੋਂ ਪੜ੍ਹੇ ਲਿਖੇ ਨੂੰ ਤਾਂ ਮੈਨੂੰ ਲੱਗਦਾ ਸੋਚ ਸਮਝ ਜ਼ਿਆਦਾ ਹੀ ਹੁੰਦੀ ਹੈ ਹਨਾ। ਵੀ ਕੋਈ ਇਹ ਜੀ ਗੱਲ ਤਾਂ ਹੈ ਨਹੀਂ ਵੀ ਉਹਨੂੰ ਸਮਝਾਉਣਾ ਪੈਂਦਾ ਹੀ ਹਨਾ। ਜੇ ਉਹ ਪਿਆਰ ਨਾਲ ਰਹਿੰਦੇ ਤਾਂ ਉੱਥੇ ਰਹਿ ਵੀ ਸਕਦੀ ਸੀ। ਤੇ ਜਿਵੇਂ ਤੁਸੀਂ ਕਿਹਾ ਅਰਚ, ਉਹ ਦਾਜ ਮੰਗਦੇ ਸੀ ਪਹਿਲਾਂ ਵਾਲੇ ਟਾਈਮ 'ਚ, ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਹਜੇ ਕੁੜੀਆਂ ਦੀ ਥੋੜੀ ਜਿਹੀ ਮੈਨੂੰ ਲੱਗਦਾ ਪੜ੍ਹਾਈ ਕਰਕੇ ਕਦਰ ਜ਼ਿਆਦਾ ਪੈਂਦੀ ਹੈ ਹਨਾ। ਪਹਿਲਾਂ ਤਾਂ ਐਂ ਹੁੰਦਾ ਸੀ ਵੀ ਕੁੜੀਆਂ ਨੂੰ ਦਾਜ ਜਿਹੜਾ ਦੇਣਾ ਹੁੰਦਾ ਸੀ ਬਹੁਤ ਜ਼ਿਆਦਾ ਦੇਣਾ ਹੁੰਦਾ ਸੀ ਹਨਾ। ਕਿਸੇ ਦੇ ਮਾਪਿਓ 'ਚ ਐਂ ਹੁੰਦਾ ਸੀ ਦਾਜ ਨਹੀਂ ਸੀ ਦਿੱਤਾ ਜਾਂਦਾ ਹੁੰਦਾ, ਤੇ ਉਹ ਕੁੜੀਆਂ ਨੂੰ ਮੈਨੂੰ ਲੱਗਦਾ ਸਾਰੀ ਉਮਰ ਲਈ ਤਾਨੇ ਮਿਲਦੇ ਹੀ ਰਹਿੰਦੇ ਸੀ ਹਨਾ, ਵੀ ਮਿਹਣਾ ਮਿਲਦਾ ਹੀ ਹੁੰਦਾ ਸੀ ਵੀ ਤੁਹਾਡੇ ਤੋਂ ਆਹ ਦਾਜ ਸਾਡੇ ਲਈ ਦਿੱਤਾ ਨਹੀਂ ਗਿਆ, ਆਹ ਚੀਜ਼ ਅਸੀਂ ਤੁਹਾਥੋਂ ਮੰਗੀ ਸੀ ਦਿੱਤੀ ਨਹੀਂ ਗਈ ਹਨਾ। ਤੇ ਕਈ ਕੁੜੀਆਂ ਔਰਤਾਂ ਆਪਾਂ ਵੇਖੀਆਂ ਵੀ ਹੁੰਦੀਆਂ ਸੀ, ਸਾੜ ਵੀ ਦਿੰਦੇ ਹੁੰਦੇ ਸੀ, ਵੀ ਉਹ ਦਾਜ ਪਿੱਛੇ ਸਿਰਫ ਸਾੜੀਆਂ ਜਾਂਦੀਆਂ ਸੀ। ਇਹੋ ਜਿਹੇ ਮੂਵਮੈਂਟ ਬਹੁਤ ਹੁੰਦੇ ਆ ਭੈਣੇ, ਜਿੱਥੇ ਮੈਨੂੰ ਲੱਗਦਾ ਪਲ ਪਲ ਤੇ ਜਲੀਲ ਕੀਤਾ ਜਾਂਦਾ ਹਨਾ। ਪਰ ਉੱਥੇ ਆਪਾਂ ਇਹ ਨਹੀਂ ਸੋਚਦੇ ਵੀ ਉਸ ਘਰੇ ਜਿਹੜੀਆਂ ਲੇਡੀਜ਼ ਆ ਉਹ ਵੀ ਕਿਸੇ ਦੀਆਂ ਧੀਆਂ ਸੀ, ਉਹ ਵੀ ਕੁਛ ਨਾ ਕੁਛ ਉਹਨਾਂ ਤੋਂ ਵੀ ਮੰਗਿਆ ਗਿਆ ਹੋਣਾ ਜਾਂ ਦਿੱਤਾ ਗਿਆ ਹੋਣਾ, ਉਹਨਾਂ ਨੂੰ ਵੀ ਉਸ ਜਗ੍ਹਾ ਤੇ ਕੀ ਫੀਲ ਹੋਇਆ ਹੋਣਾ ਹਨਾ। ਪਰ ਆਪਾਂ ਆਪਦੇ ਵਾਰੀ ਉਹ ਚੀਜ਼ਾਂ ਭੁੱਲੇ ਨੇ ਕਿਤੇ ਨਾ ਕਿਤੇ। ਮੈਨੂੰ ਲੱਗਦਾ ਜਿਵੇਂ ਆਪਾਂ ਦੇਖ ਲਈ ਨਾ ਵੀ ਆਪਣਾ ਰਿਸ਼ਤਾ ਚੇਂਜ ਹੁੰਦਾ ਹਨਾ, ਇੱਕ ਨੂੰਹ ਤੋਂ ਇੱਕ ਧੀ ਤੋਂ ਇੱਕ ਨੂੰਹ ਬਣਦੀ ਆ, ਤਾਂ ਉਹ ਗੈਪ ਹਨਾ ਆਟੋਮੈਟਿਕਲੀ ਉਹ ਚੀਜ਼ਾਂ ਆਪਣੇ ਵਿੱਚ ਆ ਜਾਂਦੀਆਂ, ਫਿਰ ਨੂੰਹਾਂ ਵਾਲੀਆਂ ਆ ਜਾਂਦੀਆਂ, ਫਿਰ ਜਦੋਂ ਸੱਸ ਬਣ ਜਾਂਦੀ ਫਿਰ ਥੋੜੀਆਂ ਜਿਹੀਆਂ ਚੀਜ਼ਾਂ ਉਹ ਵੀ ਆ ਜਾਂਦੀਆਂ ਵੀ ਮੈਂ ਸੱਸ ਆ ਹਨਾ। ਸੱਸ ਉਹ ਅਰਚ ਫਿਰ ਪਹਿਲਾਂ ਆਪਦੀ ਸੱਸ ਦਾ ਰੋਲ ਨਿਭਾ ਹਟੀ ਹੁੰਦੀ ਹੈ ਹਨਾ। ਫਿਰ ਉਹ ਤੁਹਾਡੇ ਵਾਲੀ ਗੱਲ ਵੀ ਥੋੜੇ ਥੋੜੇ ਵੇਖ ਵੇਖ ਕੇ ਆਪਾਂ ਕੁਝ ਸਿੱਖੀ ਜਾਂਦੇ ਰਹਿੰਦੇ ਹਾਂ ਹਨਾ, ਆਦਤਾਂ ਗਾਂਦੀ ਗਾਂ ਜੀ। ਤੇ ਇਦਾਂ ਹੌਲੀ ਹੌਲੀ ਜਿਹੜੀ ਜ਼ਿੰਦਗੀ ਹੈ ਮੈਨੂੰ ਲੱਗਦਾ ਇੱਕ ਔਰਤ ਦੀ ਤਾਂ ਬਹੁਤ ਜ਼ਿਆਦਾ ਗੁੰਝਲਦਾਰ ਹੁੰਦੀ ਜਾਂਦੀ ਹੈ ਹਨਾ। ਹੌਲੀ ਹੌਲੀ ਜਿਵੇਂ ਜਿਵੇਂ ਇੱਕ ਛੋਟੀ ਜ਼ਿੰਦਗੀ ਹੁੰਦੀ ਆ, ਉਵੇਂ ਮੈਨੂੰ ਲੱਗਦਾ ਆਪਾਂ ਜੇ ਚਾਹ ਪਗਾ ਲਈਏ ਤਾਂ ਪਗਾ ਲਈਏ, ਇਦੋਂ ਗਾਂ ਤਾਂ ਮੈਨੂੰ ਲੱਗਦਾ ਬਹੁਤ ਡਿਫੀਕਲਟ ਹੋ ਜਾਂਦਾ, ਬਹੁਤ ਜ਼ਿੰਮੇਵਾਰੀਆਂ ਜਿਹੜੀਆਂ ਪੈ ਜਾਂਦੀਆਂ ਨਾ, ਬਹੁਤ ਲਾਈਫ ਜਿਹੜੀ ਗੁੰਝਲਦਾਰ ਹੋ ਜਾਂਦੀ ਹੈ। ਵੇਖੋ ਹਰਚ ਬਿਲਕੁਲ ਜਿਵੇਂ ਕੁਵਾਰੀ ਕੁੜੀ ਹੁੰਦੀ ਹੈ ਤਾਂ ਹੀ ਤੇ ਅਗਲਾ ਉਹਨੂੰ ਕਹਿ ਦਿੰਦਾ ਵੀ ਇਹਦੇ ਹੱਥਨ ਖੇਡਣ ਦੇ ਦੇਣਾ ਹਨਾ, ਵੀ ਗਾਂ ਬਗਾਨੇ ਘਰੇ ਜਾਣਾ, ਉਦੋਂ ਤਾਂ ਜ਼ਿੰਮੇਵਾਰੀਆਂ ਪੈਣੀਆਂ ਹੀ ਆ। ਤੇ ਮੈਨੂੰ ਲੱਗਦਾ ਪੈਂਦੀਆਂ ਵੀ ਜ਼ਰੂਰ ਅਰਚ, ਜਦੋਂ ਆਪਾਂ ਵੀ ਕਿਸੇ ਦੀ ਪਤਨੀ ਬਣ ਜਾਂਦੀ ਆਪਣੇ, ਉਦੋਂ ਤੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ। ਫਿਰ ਗਾਂ ਨੂੰਹ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ, ਫਿਰ ਧੀਆਂ ਪੁੱਤ ਹੋ ਜਾਂਦੇ, ਉਹ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਹਨਾ। ਤੇ ਫਿਰ ਗਾਂ ਜਦੋਂ ਨੂੰਹਾਂ ਤੋਂ ਬਾਅਦ ਆਪਦਾ ਟਾਈਮ ਟਪਾ ਲੈਂਦੀ ਔਰਤ, ਫਿਰ ਮੈਨੂੰ ਲੱਗਦਾ ਦਾਦੀ ਬਣ ਜਾਂਦੀ ਹੈ ਨਾ, ਫਿਰ ਉਹਨੇ ਦਾਦੀ ਵਾਲੇ ਰੋਲ ਵੀ ਨਿਭਾਉਣੇ ਹੁੰਦੇ। ਮੈਨੂੰ ਲੱਗਦਾ ਔਰਤ ਇੱਕ ਕਿੰਨੇ ਥਾਈਂ ਨਿਭਦੀ ਹੈ ਨਾ। ਫਿਰ ਵੇਖੋ ਭੂਆ, ਮਾਮੀ, ਚਾਚੀ, ਤਾਈ, ਉਹਦੇ ਨਾਲ ਕਿੰਨੇ ਰਿਸ਼ਤੇ ਜੁੜਦੇ ਆ ਔਰਤ ਨਾਲ ਹਨਾ, ਵੀ ਕੋਈ ਇੱਕ ਤਾਂ ਰਿਸ਼ਤਾ ਜੁੜਦਾ ਨਹੀਂ। ਤੇ ਉਹ ਹਰ ਥਾਂ ਔਰਤ ਨੂੰ ਐ ਹੁੰਦਾ ਵੀ ਆਪਦਾ ਰਿਸ਼ਤਾ ਵਧੀਆ ਨਿਭਾਉਣਾ, ਵੀ ਕੋਈ ਮੈਨੂੰ ਇਸ ਜਗ੍ਹਾ ਤੋਂ ਮਾੜੀ ਨਾ ਕਹਦੇ ਹਨਾ। ਉਹ ਚੰਗੀ ਅਖਵਾਉਣ ਦੀ ਮਾੜੀ ਮਾਰੀ ਤੇ ਆਪਦੀ ਜ਼ਿੰਦਗੀ ਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਜ਼ਿੰਦਗੀ ਕਦੋਂ ਤੇ ਕਿਵੇਂ ਲੰਘ ਗਈ ਅਰਚ, ਤੇ ਉਹ ਲੋਕਾਂ ਲਈ ਚੰਗੇ ਬਣਦੀ ਰਹਿ ਜਾਂਦੇ ਆ ਜੀ। ਤਾਂ ਹੁਣ ਫਿਰ ਲੈ ਲਈਏ ਪੈਣੀ ਆਪਾਂ ਇਜਾਜ਼ਤ? ਬਿਲਕੁਲ ਅਰਚ। ਤਾਂ ਫਿਰ ਮਿਲਾਂਗੇ ਤੇ ਕਰਾਂਗੇ ਗੱਲਬਾਤ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ, ਸਾਡੀ ਵਿਰਾਸਤ ਸਾਡੀ ਪਹਿਚਾਣ।